आप लिहो तुम कथा सुधारी। सतनाम श्री वाहिगुरु साहिब जी। दोहरा श्री मातल तुम आप हो, बख्शन जोग विसाल। को औगण तुम बिखै रहा, पूरन गुण सब काल। वाहिगुरु जी का खालसा, वाहिगुरु जी की फतेह। ਧਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਹਨ। ਆਪ ਜੀ ਨੇ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਤੋਂ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਲੜੀਵਾਰ ਕਥਾ ਗੁਰ ਇਤਿਹਾਸ ਦੀ ਜੋ ਗੁਰੂ ਦਰਬਾਰ ਵਿਖੇ ਚੱਲ ਰਹੀ ਹੈ, ਆਪਾਂ ਇਸ ਕਥਾ ਦਾ ਆਨੰਦ ਮਾਣੀਏ। ਧੰਨ ਗੁਰੂ ਅਰਜਨ ਦੇਵ ਜੀ ਬਾਬਾ ਮੋਹਣ ਜੀ ਕੋਲ ਚੁਬਾਰੇ ਸਾਹਿਬ ਪੋਥੀਆਂ ਲੈਣ ਵਾਸਤੇ ਬੜੀ ਨਿਮਰਤਾ ਦੇ ਨਾਲ ਗਏ ਹਨ। ਸ਼ਬਦ ਦਾ ਤੀਸਰਾ ਬੰਦ ਸੁਣ ਕੇ ਬਾਬਾ ਜੀ ਬਾਹਰ ਨਿਕਲੇ, ਪੋਥੀਆਂ ਲੈ ਕੇ ਗੁਰੂ ਅਰਜਨ ਦੇਵ ਜੀ ਦੇ ਹਵਾਲੇ ਕੀਤੀਆਂ ਤੇ ਆਪਣਾ ਸੀਸ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ ਰੱਖ ਕੇ ਮੱਥਾ ਟੇਕਿਆ। ਬਾਬਾ ਮੋਹਣ ਜੀ ਗੁਰੂ ਸਾਹਿਬ ਦੇ ਮਾਮਾ ਜੀ ਬੜੇ ਪਿਆਰ ਬੈਰਾਗ ਵਿੱਚ ਬੇਨਤੀ ਕਰ ਰਹੇ, ਮਹਾਰਾਜ ਮੇਰੀਆਂ ਭੁੱਲਾਂ ਬਖਸ਼ ਦਿਓ, ਮੇਰੀਆਂ ਗਲਤੀਆਂ ਬਖਸ਼ ਦਿਓ, ਮੇਰੇ ਗੁਨਾਹ ਬਖਸ਼ ਦਿਓ। ਸਤਿਗੁਰੂ ਕਹਿੰਦੇ, ਮਾਮਾ ਜੀ ਤੁਸੀਂ ਤਾਂ ਆਪ ਬਖਸ਼ਣਯੋਗ ਹੋ, ਸਾਡੀਆਂ ਕੋਈ ਭੁੱਲਾਂ ਹਨ ਤਾਂ ਤੁਸੀਂ ਬਖਸ਼ੋ, ਤੁਸੀਂ ਵੱਡੇ ਸਥਾਨ ਤੇ ਹੋ। ਸਾਡੇ ਮਾਤਾ ਜੀ ਬੀਬੀ ਭਾਨੀ ਜੀ ਦੇ ਵੱਡੇ ਭਾਈ ਹੋ, ਮਾਮਾ ਜੀ ਲੱਗਦੇ ਹੋ। ਦੂਸਰਾ ਤੁਹਾਡਾ ਬਹੁਤ ਵੱਡਾ ਪਦ ਹੈ ਕਿ ਤੁਸੀਂ ਗੁਰੂ ਅਮਰਦਾਸ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਹੋ। ਇਹ ਤੁਹਾਡੇ 'ਚ ਵੱਡੀ ਵਡਿਆਈ ਹੈ। ਸਤਿਗੁਰਾਂ ਦੇ ਪੁੱਤਰ ਹੋ, ਪੂਜਨੀਕ ਹੋ, ਸਨਮਾਨਯੋਗ ਹੋ। ਤੁਸੀਂ ਤੀਸਰਾ ਵੱਡੇ ਗਿਆਨੀ ਜੋਗੀ ਭਗਤ ਹੋ ਪਰਮੇਸ਼ਰ ਦੇ। ਗਿਆਨੀਆਂ 'ਚੋਂ ਗਿਆਨੀ ਵੱਡੇ ਹੋ, ਜੋਗੀਆਂ 'ਚੋਂ ਜੋਗੀ ਵੱਡੇ ਹੋ, ਭਗਤਾਂ 'ਚੋਂ ਭਗਤ ਵੱਡੇ ਹੋ। ਸਾਰੇ ਹੀ ਗੁਣ ਤੁਹਾਡੇ ਵਿੱਚ ਹਨ। ਤੁਹਾਡੇ ਜੈਸੇ ਮਹਾਂਪੁਰਸ਼ਾਂ ਦਾ ਨਾਂ ਲੈਣ ਨਾਲ ਹੀ ਪਰਮੇਸ਼ਰ ਚੇਤੇ ਆਉਂਦਾ ਹੈ। ਦਰਸ਼ਨ ਕਰਨ ਨਾਲ ਮਨ ਨੂੰ ਠੰਡ ਪੈਂਦੀ ਹੈ ਔਰ ਪਾਪਾਂ ਦਾ ਨਾਸ ਹੁੰਦਾ ਹੈ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਬਾਬਾ ਮੋਹਣ ਜੀ ਦੀ ਉਸਤਤ ਕਰ ਰਹੇ ਨੇ ਤੇ ਬਾਬਾ ਮੋਹਣ ਜੀ ਨਿਮਰਤਾ ਨਾਲ ਬੇਨਤੀਆਂ ਕਰ ਰਹੇ ਨੇ। ਇਹ ਪ੍ਰਸੰਗ ਸਰਵਣ ਕਰਿਓ, ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਮਾਤਲ ਤੁਮ ਆਪ ਹੋ। ਮਹਾਰਾਜ ਕਹਿੰਦੇ, ਮਾਮਾ ਜੀ ਤੁਸੀਂ ਤਾਂ ਆਪ ਸਾਥੋਂ ਵੱਡੇ ਹੋ, ਬਖਸ਼ਨ ਜੋਗ ਵਿਸਾਲ। ਸਾਡੀਆਂ ਭੁੱਲਾਂ ਬਖਸ਼ਣ ਵਾਲੇ ਹੋ। ਜੇ ਸਾਥੋਂ ਕੋਈ ਗਲਤੀਆਂ ਹੋਈਆਂ ਮਾਮਾ ਜੀ ਤੁਸੀਂ ਬਖਸ਼ੋ। ਕੋ ਔਗਣ ਤੁਮ ਵਿਖੈ ਰਹਾ। ਤੁਹਾਡੇ 'ਚ ਕੋਈ ਔਗਣ ਹੈ ਹੀ ਨਹੀਂ। ਕਿਹੜਾ ਔਗਣ ਹੈ ਤੁਹਾਡੇ ਵਿੱਚ? ਸਾਨੂੰ ਤਾਂ ਤੁਹਾਡੇ 'ਚ ਕੋਈ ਔਗਣ ਨਜ਼ਰ ਨਹੀਂ ਆਉਂਦਾ। ਹਰ ਤਰ੍ਹਾਂ ਨਾਲ ਤੁਸੀਂ ਗੁਣਾ ਕਰਕੇ ਪੂਰਨ ਹੋ। ਪੂਰਨ ਗੁਣ ਸਭ ਕਾਲ। ਹਰ ਸਮੇਂ ਤੁਸੀਂ ਪੂਰਨ ਹੋ। ਕਦੀ ਵੀ ਬ੍ਰਹਮ ਗਿਆਨੀ ਮਹਾਂਪੁਰਸ਼ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ। ਉੱਦਾਂ ਦੁਨੀਆ ਨੂੰ ਦਿਖਾਉਣ ਵਾਸਤੇ ਕਈ ਵਾਰੀ ਮਹਾਂਪੁਰਸ਼ ਲੀਲਾ ਐਸੀ ਕਰ ਦਿੰਦੇ ਆ, ਲੋਕ ਨਿੰਦਾ ਕਰਨ ਲੱਗ ਜਾਂਦੇ। ਆਪਣੀ ਨਿੰਦਾ ਕਰਾਣੀ ਇਹ ਵੀ ਮਹਾਂਪੁਰਸ਼ਾਂ ਦੇ ਵੱਸ ਦੀ ਗੱਲ ਹੈ। ਹਰ ਕੋਈ ਬੰਦਾ ਆਪਣੀ ਨਿੰਦਾ ਨਹੀਂ ਕਰਾ ਸਕਦਾ। ਬਾਣੀ ਵਿੱਚ ਲਿਖਿਆ, ਜੇ ਲੋੜ ਹੈ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈ ਹੈ। ਗੁਰੂ ਨਾਨਕ ਸਾਹਿਬ ਜੀ ਆਸਾ ਦੀ ਵਾਰ 'ਚ ਫਰਮਾਉਂਦੇ, ਜੇ ਆਪਣਾ ਭਲਾ ਚਾਹੁੰਦੇ ਭਾਈ ਤਾਂ ਚੰਗਾ ਕੰਮ ਕਰਕੇ ਆਪਣੇ ਆਪ ਨੂੰ ਮਾੜਾ ਸਦਾ ਲਓ। ਕਿੱਡੀ ਵੱਡੀ ਗੱਲ ਕਹਿ ਦਿੱਤੀ। ਕਰਨਾ ਦਾਨ ਪੁੰਨ, ਭਲਾ ਕਰਨਾ ਤੇ ਲੋਕ ਨਿੰਦਾ ਕਰਨ। ਮਾੜਾ ਕੰਮ ਨਹੀਂ ਕਰਨਾ ਪਰ ਲੋਕਾਂ ਦੀ ਨਿਗਾਹ 'ਚ ਮਾੜੇ ਬਣ ਜਾਣਾ।
ਆਪਾਂ ਮਾੜੇ ਕੰਮ ਕਰਦੇ ਆ ਤੇ ਲੋਕਾਂ ਦੀ ਨਿਗਾਹ 'ਚ ਚੰਗੇ ਬਣ ਬਹਿੰਦੇ ਆ। ਭਗਤਾਂ ਦੀ ਗੱਲ ਬਿਲਕੁਲ ਉਲਟੀ ਹੈ, ਕਰਦੇ ਚੰਗੇ ਨੇ ਬਣਦੇ ਮਾੜੇ ਨੇ। ਤੇ ਮਹਾਰਾਜ ਤੁਸੀਂ ਤਾਂ ਮਹਾਂਪੁਰਸ਼ ਹੋ, ਲੋਕਾਂ 'ਚ ਆਪਣੀ ਨਿੰਦਾ ਕਰਾਉਣ ਵਾਸਤੇ ਕਈ ਤਰ੍ਹਾਂ ਦੇ ਰੂਪ ਧਾਰਨ ਕਰ ਲੈਂਦੇ ਹੋ। ਚੌਪਈ ਸ੍ਰੀ ਅਰਜਨ ਤੇ ਸੁਨਿਮ ਕਹਿਓ। ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਐਸੇ ਪਿਆਰ ਭਰੇ ਬਚਨ ਸੁਣ ਕੇ ਬਾਬਾ ਮੋਹਨ ਜੀ ਕਹਿਣ ਲੱਗੇ, ਪ੍ਰਥਮ ਪ੍ਰਸੰਗ ਸਰਬ ਤੁਮ ਲਹਿਓ। ਕਿ ਹੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ, ਆਪ ਜੀ ਜਾਣੀ ਜਾਣ ਸਭ ਪ੍ਰਸੰਗ ਤੁਹਾਨੂੰ ਪਤਾ ਹੈ, ਕਿਉਂਕਿ ਤੁਸੀਂ ਬਹੁਤ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ ਹੋਇਆ ਤੇ ਬਹੁਤ ਕੁਝ ਤੁਸੀਂ ਸੁਣਿਆ ਵੀ ਹੋਇਆ। ਹਾਂਜੀ, ਤੋ ਸੁਨੋ ਸਭ ਤੁਮੈ ਸੁਣਾਵੋ। ਫਿਰ ਵੀ ਤੁਸੀਂ ਮੈਨੂੰ ਪੁੱਛਦੇ ਹੋ ਨਾ ਮੇਰੇ ਤੋਂ ਭੁੱਲ ਕਿਹੜੀ ਹੋਈ ਹੈ। ਮੈਂ ਆਪਣੀ ਭੁੱਲ ਤੁਹਾਨੂੰ ਸੁਣਾਉਂਦਾ ਹਾਂ। ਪੁਨਹ ਡੀਠਤਾ ਨਿਜ ਬਖਸ਼ਾਵਾਂ। ਪਹਿਲਾਂ ਮੈਂ ਆਪਣੀ ਗਲਤੀ ਦੱਸਾਂਗਾ, ਫਿਰ ਆਪਣੀ ਉਹ ਢੀਠਪੁਣੇ ਦੀ ਜਿਹੜੀ ਮੇਰੇ ਤੋਂ ਗਲਤੀ ਹੋਈ ਹੈ ਉਹ ਮੈਂ ਮਾਫ ਕਰਾਵਾਂਗਾ। ਮਹਾਪੁਰਖ ਪੂਰਨ ਗੁਣ ਗਿਆਨੀ। ਮੇਰੇ ਪਿਤਾ ਜੀ ਮਹਾਪੁਰਸ਼ ਸਨ, ਬ੍ਰਹਮ ਗਿਆਨੀ ਸਨ, ਸਤਿਗੁਰੂ ਪਰਮੇਸ਼ਰ ਦਾ ਰੂਪ ਸਨ। ਹਾਂਜੀ, ਹਮਰੇ ਪਿਤਾ ਭਏ ਸੁਖਦਾਨੀ। ਸੁੱਖਾਂ ਦੇ ਦਾਤੇ ਸਾਡੇ ਪਿਤਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣਿਆ ਹੋਵੇ। ਗੁਰੂ ਅਮਰਦਾਸ ਮਹਾਰਾਜ ਦਾ ਕੌਣ ਸਾਨੀ ਹੋ ਸਕਦਾ, ਕੌਣ ਉਹਨਾਂ ਦੀ ਬਰਾਬਰੀ ਕਰ ਸਕਦਾ। ਗੁਰੂ ਨਾਨਕ ਦਾ ਹੀ ਰੂਪ ਤੀਸਰੇ ਪਾਤਸ਼ਾਹ ਸਾਡੇ ਪਿਤਾ ਜੀ ਹੋਏ। ਹਾਂਜੀ, ਸ੍ਰੀ ਗੁਰੂ ਰਾਮਦਾਸ ਬੜ ਭਾਗੇ। ਤੇ ਉਹਨਾਂ ਤੋਂ ਬਾਅਦ ਤੁਹਾਡੇ ਪਿਤਾ ਜੀ ਸ੍ਰੀ ਗੁਰੂ ਰਾਮਦਾਸ ਜੋ ਮਹਾਨ ਵੱਡੇ ਭਾਗਾਂ ਵਾਲੇ ਉਹ ਗੁਰੂ ਹੋਏ ਹਨ। ਹਾਂਜੀ, ਪਰਮ ਪ੍ਰੇਮ ਤੇ ਸੇਵਾ ਲਾਗੇ। ਮੈਂ ਉਹਨਾਂ ਦਿਨਾਂ ਦੀ ਗੱਲ ਮਹਾਰਾਜ ਤੁਹਾਨੂੰ ਸੁਣਾਉਂਦਾ ਹਾਂ, ਜਦੋਂ ਤੁਹਾਡੇ ਪਿਤਾ ਜੀ ਸਾਡੇ ਪਿਤਾ ਜੀ ਦੀ ਸੇਵਾ ਕਰਨ ਲੱਗੇ ਸਨ। ਸਨ 1552 ਦੇ ਵਿੱਚ ਗੁਰੂ ਅਮਰਦਾਸ ਜੀ ਗੁਰਿਆਈ ਗੱਦੀ ਤੇ ਬਿਰਾਜਮਾਨ ਹੋਏ ਤੇ ਉਦੋਂ ਤੋਂ ਹੀ ਸ੍ਰੀ ਗੁਰੂ ਰਾਮਦਾਸ ਜੀ ਥੋੜੇ ਸਮੇਂ ਬਾਅਦ 2-4 ਮਹੀਨਿਆਂ ਬਾਅਦ ਹੀ ਸੇਵਾ 'ਚ ਆ ਕੇ ਲੱਗ ਗਏ। 22 ਸਾਲ ਗੁਰੂ ਰਾਮਦਾਸ ਨੇ ਸੇਵਾ ਕੀਤੀ। 22 ਸਾਲ ਸੇਵਾ ਵਿੱਚ ਐਸੇ ਤਨ ਮਨ ਕਰਕੇ ਲੱਗੇ ਵੀ ਆਪਣਾ ਆਪ ਗਵਾ ਲਿਆ ਸੇਵਾ ਵਿੱਚ। ਹਾਂਜੀ, ਆਪਾ ਨਹੀਂ ਜਨਾਵਨ ਕੀਨਸ। ਇੰਨੀ ਨਿਮਰਤਾ ਨਾਲ, ਇੰਨੀ ਪਿਆਰ ਨਾਲ, ਇੰਨੀ ਹਲੀਮੀ ਨਾਲ ਸੇਵਾ ਕੀਤੀ ਵੀ ਆਪਣੇ ਆਪ ਨੂੰ ਜਣਾਇਆ ਹੀ ਨਹੀਂ ਵੀ ਮੈਂ ਕੁਝ ਹਾਂ। ਸਾਧ ਸੰਗਤ ਜੀ, ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ। ਜਿਹੜਾ ਬੰਦਾ ਆਪਣੇ ਆਪ ਨੂੰ ਕੁਝ ਸਮਝਦਾ ਵੀ ਮੈਂ ਕੁਝ ਹਾਂ, ਉਹ ਗੁਰੂ ਘਰ ਸੇਵਾ ਕਰ ਨਹੀਂ ਸਕਦਾ। ਜੇ ਉਹ ਸੇਵਾ ਕਰੇ ਵੀ ਤਾਂ ਉਹਦੀ ਸੇਵਾ ਪ੍ਰਵਾਨ ਨਹੀਂ ਹੁੰਦੀ। ਸੇਵਾ ਕਰਤ ਹੋਏ ਨੇਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੇਵਾ ਕਰਦਿਆਂ ਸੇਵਕ ਆਪਣੇ ਆਪ ਨੂੰ ਜਣਾਵੇ ਨਾ ਵੀ ਮੈਂ ਕੁਝ ਹਾਂ, ਫਿਰ ਗੱਲ ਬਣਦੀ ਹੈ। ਪਰ ਇਹ ਕਥਾ ਕਰਨੀ ਸੌਖੀ ਹੈ, ਇਸ ਗੱਲ ਦੇ ਉੱਤੇ ਪੂਰੇ ਉਤਰਨਾ ਬੜਾ ਔਖਾ, ਬਹੁਤ ਔਖਾ ਹੈ। ਧੰਨ ਸ੍ਰੀ ਗੁਰੂ ਰਾਮਦਾਸ ਜੀ ਉਤਰੇ ਹਨ, ਆਪਣੇ ਆਪ ਨੂੰ ਜਣਾਇਆ ਹੀ ਨਹੀਂ ਵੀ ਮੈਂ ਕੁਝ ਹਾਂ। ਹਾਂਜੀ, ਨਿਰਹੰਕਾਰ ਗਰੀਬੀ ਲੀਨਸ। ਮਨ ਇੰਨਾ ਨੀਵਾਂ ਹੋ ਗਿਆ, ਇੰਨੀ ਗਰੀਬੀ ਧਾਰਨ ਕਰ ਲਈ, ਹੰਕਾਰ ਤੋਂ ਰਹਿਤ ਹੋ ਗਏ। ਬੜੇ ਸ਼ਰੀਕਾਂ ਨੇ ਮਿਹਣੇ ਤਾਨੇ ਵੀ ਮਾਰੇ। ਗੁਰੂ ਰਾਮਦਾਸ ਦੇ ਸ਼ਰੀਕ ਸੋਢੀ ਕਹਿੰਦੇ, ਇਹ ਰਾਮਦਾਸ ਵਿਚਾਰਾ ਦੇਖੋ ਜੇਠਾ ਸਹੁਰਿਆਂ ਦੇ ਘਰ ਭਾਂਡੇ ਮਾਂਜਦਾ ਹੈ, ਟੋਕਰੀ ਢੋਂਦਾ ਹੈ, ਦਿਹਾੜੀ ਕਰਦਾ ਹੈ। ਉਹ ਇਹੋ ਜਿਹੀਆਂ ਗੱਲਾਂ ਮਾਰਦੇ ਸੀ ਸ਼ਰੀਕ, ਜਿਹੜੀਆਂ ਸੁਣੀਆਂ ਨਹੀਂ ਜਾ ਸਕਦੀਆਂ। ਸਾਧ ਸੰਗਤ ਜੀ, ਬੰਦਾ ਹਰ ਦੁੱਖ ਸਹਿ ਲੈਂਦਾ, ਸ਼ਰੀਕਾਂ ਦੀ ਬੋਲੀ ਨਹੀਂ ਸਹਿ ਸਕਦਾ, ਬੜੀ ਔਖੀ ਹੁੰਦੀ। ਸਾਡੇ ਚਾਚੇ ਤਾਇਆਂ ਦੇ ਪੁੱਤ ਜਾਂ ਸਕੇ ਭਾਈ ਜਾਂ ਹੋਰ ਬਰਾਦਰੀ ਦੇ ਲੋਕ ਕੋਈ ਗੱਲ ਕਹਿਣ, ਅਸੀਂ ਉਹ ਬਰਦਾਸ਼ਤ ਨਹੀਂ ਕਰਦੇ। ਮਿਹਣਾ ਤਾਨਾ ਮਾਰਨ ਉਹ ਨਹੀਂ ਜਰੀ ਜਾਂਦੀ, ਉਹਦੇ ਪਿੱਛੇ ਬੰਦੇ ਕਈ ਮਰ ਜਾਂਦੇ ਵੀ ਅਸੀਂ ਆਪਣੀ ਗੱਲ ਵਿਆਹ ਕੇ ਦਿਖਾਣੀ ਹੈ। ਹੰਕਾਰ ਬੰਦੇ ਦਾ ਉਹਨੂੰ ਮਜਬੂਰ ਕਰ ਦਿੰਦਾ ਕੁਝ ਨਾ ਕੁਝ ਕਰਨੇ ਨੂੰ। ਪਰ ਧੰਨ ਗੁਰੂ ਰਾਮਦਾਸ ਦੇ ਸ਼ਰੀਕ ਕੀ ਕੁਝ ਕਹਿੰਦੇ, ਕਹਿੰਦੇ ਦੇਖੋ ਜੇਠਾ ਵਿਚਾਰਾ ਸਹੁਰਿਆਂ ਦੇ ਘਰ ਭਾਂਡੇ ਮਾਂਜਦਾ, ਟੋਕਰੀ ਢੋਂਦਾ ਹੈ, ਰੋਟੀਆਂ ਪਕਾਉਂਦਾ ਹੈ,
ਦਿਹਾੜੀ ਕਰਦਾ। ਉਹਦਾ ਆਪਣੇ ਗੁਰੂ ਦੀ ਸੇਵਾ ਕਰਦੇ ਸਨ, ਪਰ ਸ਼ਰੀਕ ਉਹਨੂੰ ਦਿਹਾੜੀ ਕਹਿੰਦੇ ਸਨ। ਸ਼ਰੀਕ ਉਹਨੂੰ ਮਿਹਣੇ ਮਾਰ ਮਾਰ ਕੇ ਗੁਰੂ ਰਾਮਦਾਸ ਸਾਹਿਬ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਸਨ। ਤੇ ਗੁਰੂ ਰਾਮਦਾਸ ਨੇ ਕਿਸੇ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ, ਕਿਸੇ ਗੱਲ ਵੱਲ ਵੀ ਮੇਰੇ ਸ਼ਰੀਕ ਕੀ ਕਹਿ ਰਹੇ ਨੇ ਉਹਨੇ ਸੁਣਿਆ ਹੀ ਨਹੀਂ। ਕਹੀ ਜਾਣ, ਮੈਨੂੰ ਤੇ ਆਨੰਦ ਆ ਗਿਆ, ਮੇਰੇ ਗੁਰੂ ਦੇ ਚਰਨਾਂ 'ਚ ਥਾਂ ਮਿਲ ਗਈ, ਬਸ ਇਹੀ ਵੱਡੀ ਵਡਿਆਈ ਹੈ। 22 ਸਾਲ ਸੇਵਾ ਕੀਤੀ ਸੀ ਗੁਰੂ ਸਾਹਿਬ ਜੀ ਨੇ, ਧੰਨ ਗੁਰੂ ਰਾਮਦਾਸ ਜੀ ਨੇ। ਹਾਂਜੀ, ਸਭ ਗੁਣ ਪੂਰਨ ਸ੍ਰੀ ਗੁਰੂ ਜਾਣੇ। ਤੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੇਖ ਲਿਆ ਵੀ ਮੇਰਾ ਇਹ ਸੇਵਕ ਹਰ ਤਰ੍ਹਾਂ ਨਾਲ ਪੂਰਾ ਹੈ। ਸਾਰੇ ਗੁਣ ਨੇ ਇਹਦੇ ਵਿੱਚ, ਨਿਮਰਤਾ, ਭਗਤੀ, ਸਤ, ਸੰਤੋਖ, ਦਇਆ, ਧਰਮ, ਸੱਚ, ਸੁੱਚ, ਨੇਕੀ, ਪਰਉਪਕਾਰ, ਉਦਮ, ਤਿਆਗ, ਬੈਰਾਗ, ਸਹਿਨਸ਼ੀਲਤਾ, ਜਿੰਨੇ ਗੁਣ ਇੱਕ ਗੁਰੂ 'ਚ ਹੋਣੇ ਚਾਹੀਦੇ ਉਹ ਸਿੱਖ ਵਿੱਚ ਹਨ। ਜਦੋਂ ਹਰ ਤਰ੍ਹਾਂ ਨਾਲ ਪੂਰਾ ਹੋ ਕਰ ਲਿਆ ਤੇ ਉਸ ਵੇਲੇ ਗੁਰੂ ਅਮਰਦਾਸ ਜੀ ਖੁਸ਼ ਹੋ ਗਏ। ਹਾਂਜੀ, ਸਭ ਔਗਣ ਆਪਣੇ ਮਨ ਮਾਨੇ। ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਦਰ ਸਾਰੇ ਹੀ ਗੁਣ ਵੇਖੇ ਤੇ ਸਾਡੇ ਵਿੱਚ ਉਹ ਗੁਣ ਕੋਈ ਨਹੀਂ ਸੀ। ਬਾਬਾ ਮੋਹਨ ਜੀ ਦੱਸ ਰਹੇ ਨੇ। ਹਾਂਜੀ, ਜੇ ਦਿਨ ਕੋ ਕਹੈ ਆਦੀ ਰਾਤ। ਮਹਾਰਾਜ ਗੁਰੂ ਅਮਰਦਾਸ ਜੀ ਜੇ ਦੁਪਹਿਰ ਵੇਲੇ ਕਹਿ ਦੇਣ ਵੀ ਬੜਾ ਹਨੇਰਾ ਹੈ, ਬੜੀ ਰਾਤ ਗਹਿਰੀ ਹੈ, ਸੂਰਜ ਚੜ੍ਹਿਆ ਹੋਵੇ, ਦੁਪਹਿਰ ਦਾ ਟਾਈਮ ਹੋਵੇ ਤੇ ਗੁਰੂ ਅਮਰਦਾਸ ਜੀ ਕਹਿ ਦੇਣ ਬਈ ਬੜਾ ਹਨੇਰਾ ਹੈ, ਬੜੀ ਰਾਤ ਹੈ। ਹਾਂਜੀ, ਤਿਉ ਮਨ ਹੈ ਭਾਖੀ ਸਤ ਬਾਤ। ਤਾਂ ਗੁਰੂ ਰਾਮਦਾਸ ਜੀ ਕਹਿੰਦੇ ਮਹਾਰਾਜ ਹਾਂ ਇਸੇ ਤਰ੍ਹਾਂ ਹੀ ਹੈ, ਹਾਂ ਸੱਚੇ ਪਾਤਸ਼ਾਹ ਸੱਚੀ ਬਹੁਤ ਹਨੇਰਾ ਹੈ। ਤੇ ਜੇ ਗੁਰੂ ਰਾਮਦਾਸ ਅਮਰਦਾਸ ਨੇ ਕਹਿ ਦੇਣਾ ਅੱਧੀ ਰਾਤ ਨੂੰ ਵੀ ਬੜਾ ਸੂਰਜ ਚੜ੍ਹਿਆ, ਬੜੀ ਧੁੱਪ ਪੈ ਰਹੀ ਹੈ, ਤਾਂ ਗੁਰੂ ਰਾਮਦਾਸ ਨੇ ਕਹਿਣਾ ਹਾਂ ਸੱਚੇ ਪਾਤਸ਼ਾਹ ਬੜੀ ਕਿਰਪਾ ਹੋ ਰਹੀ, ਬੜਾ ਸੂਰਜ ਚੜ੍ਹਿਆ। ਇਹ ਨਹੀਂ ਕਹਿਣਾ ਵੀ ਮਹਾਰਾਜ ਤੁਸੀਂ ਗਲਤ ਕਹਿ ਰਹੇ ਹੋ, ਮਹਾਰਾਜ ਰਾਤ ਦਾ ਟਾਈਮ ਇੱਥੇ ਸੂਰਜ ਕਿੱਥੇ, ਜਾਂ ਦੁਪਹਿਰ ਵੇਲੇ ਕਹਿਣਾ ਵੀ ਮਹਾਰਾਜ ਹਨੇਰਾ ਕਿੱਥੇ, ਇੱਦਾਂ ਨਹੀਂ ਕਹਿਣਾ। ਜੋ ਗੁਰੂ ਨੇ ਕਹਿਤਾ ਉਹੀ ਸੱਤ ਕਰਕੇ ਮੰਨ। ਸਤਿਗੁਰੂ ਕੀ ਆਗਿਆ ਸਤ ਸਤ ਕਰ ਮਾਨੀ, ਇਹ ਗੁਰੂ ਰਾਮਦਾਸ ਸਾਹਿਬ ਜੀ ਨੇ ਕਰਕੇ ਵਿਖਾਇਆ ਹੈ। ਹਾਂਜੀ, ਇਸ ਦਿਨ ਸੇਵਾ ਮੋਹ ਅਨੁਰਾਗੇ। ਦਿਨ ਰਾਤ ਸੇਵਾ ਵਿੱਚ ਪ੍ਰੇਮ ਕਰਦੇ, ਸੇਵਾ ਨੂੰ ਹੀ ਆਪਣਾ ਲਕਸ਼ ਬਣਾ ਲਿਆ ਸੀ, ਸੇਵਾ ਤੋਂ ਬਿਨਾਂ ਹੋਰ ਕੋਈ ਇੱਛਾ ਹੀ ਨਹੀਂ ਸੀ। ਹਾਂਜੀ, ਸਰਬ ਭਾਂਤ ਜਗ ਕਾਰਜ ਤਿਆਗੇ। ਸੰਸਾਰ ਦੇ ਕੰਮ, ਸੰਸਾਰ ਦੀਆਂ ਵਡਿਆਈਆਂ, ਸੰਸਾਰ ਦੀਆਂ ਪਦਵੀਆਂ, ਸੰਸਾਰ ਦੇ ਸਾਰੇ ਸੁੱਖ ਤਿਆਗ ਦਿੱਤੇ ਸਨ। ਹਾਂਜੀ, ਆਪਣੋ ਪਿਤ ਹਮ ਜਾਣਤ ਰਹੇ। ਪਰ ਬਾਬਾ ਮੋਹਨ ਕਹਿੰਦਾ ਅਸੀਂ ਗੁਰੂ ਪਿਤਾ ਨੂੰ ਪਛਾਣ ਨਹੀਂ ਸਕੇ, ਅਸੀਂ ਗੁਰੂ ਅਮਰਦਾਸ ਨੂੰ ਆਪਣਾ ਪਿਓ ਹੀ ਸਮਝਦੇ ਰਹੇ। ਗੁਰੂ ਰਾਮਦਾਸ ਜੀ ਨੇ ਪਛਾਣ ਲਿਆ, ਅਸੀਂ ਪਛਾਣ ਨਹੀਂ ਸਕੇ। ਮੇਰੇ ਵਿੱਚ ਤੇ ਗੁਰੂ ਰਾਮਦਾਸ ਇਹ ਫਰਕ ਸੀ, ਮੈਂ ਪਿਤਾ ਹੀ ਸਮਝਦਾ ਰਿਹਾ ਵੀ ਮੇਰੇ ਪਿਤਾ ਜੀ ਨੇ, ਬਸ ਠੀਕ ਹੈ। ਹਾਂਜੀ, ਈਸ਼ਰ ਆਪ ਭੇਵ ਨਹਿ ਰਹੇ। ਇਹ ਸਾਨੂੰ ਸਮਝ ਨਹੀਂ ਆਈ ਵੀ ਇਹ ਤੇ ਆਪ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਇਹ ਸਾਡੀ ਗੱਲ ਸਮਝ ਵਿੱਚ ਹੀ ਨਹੀਂ ਆਈ। ਹਾਂਜੀ, ਜੇ ਕੁਛ ਜਾਣਤ ਭੇ ਵਡਿਆਈ। ਜੇ ਪਿਤਾ ਜੀ ਕੁਝ ਵਡਿਆਈ ਸਮਝ ਆਉਂਦੀ ਵੀ ਸੀ ਵੀ ਮਹਾਂਪੁਰਸ਼ ਨੇ, ਗੁਰੂ ਨੇ, ਕਦੀ ਕਦੀ ਖਿਆਲ ਆਉਂਦਾ ਵੀ ਸੀ। ਹਾਂਜੀ, ਤੋ ਪਿਤਾ ਲਖ ਹਮ ਸੁਖ ਦਾਈ। ਤਾਂ ਬਸ ਅਸੀਂ ਇਹੀ ਸਮਝਦੇ ਵੀ ਸਾਡੇ ਬਾਪੂ ਜੀ ਨੇ, ਵਡਿਆਈ ਹੈ ਤੇ ਸਾਡੀ ਹੈ, ਸਾਡੇ ਬਾਪੂ ਦੀ ਵਡਿਆਈ। ਇਹ ਨਹੀਂ ਸਮਝਿਆ ਵੀ ਇਸ ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਨੇ ਅਸੀਂ ਇਹਨਾਂ ਦੇ ਪੁੱਤਰ ਬਣ ਕੇ ਬੰਦਗੀ ਕਰੀਏ, ਨਾਮ ਜਪੀਏ, ਇਹਨਾਂ ਤੋਂ ਖੁਸ਼ੀਆਂ ਲਈਏ, ਸੇਵਾ ਕਰੀਏ। ਇਹ ਨਹੀਂ ਸਮਝਿਆ, ਬਲਕਿ ਬਾਪੂ ਦੀ ਆਕੜ ਵਿੱਚ ਅਸੀਂ ਆਕੜੇ ਰਹੇ। ਗੁਰੂ ਰਾਮਦਾਸ ਮਹਾਰਾਜ ਨੇ ਸੇਵਾ ਕਰ ਲਈ, ਖੱਟ ਲਿਆ, ਸੇਵਾ ਚੋਂ ਲਾਭ ਲੈ ਲਿਆ, ਅਸੀਂ ਨਹੀਂ ਖੱਟ ਸਕੇ। ਹਾਂਜੀ, ਸੇਵਨਾ ਕੀਨਸ ਕਹਿਓ ਨਾ ਮਾਨਿਓ। ਅਸੀਂ ਨਾ ਆਪਣੇ ਪਿਤਾ ਦਾ ਕਹਿਣਾ ਮੰਨਿਆ ਤੇ ਨਾ ਹੀ ਉਹਨਾਂ ਦੀ ਸੇਵਾ ਕੀਤੀ। ਹਾਂਜੀ, ਹਮਰੋ ਪਿਤਾ ਗਰਭ ਮਠਾਨਿਓ। ਇਸੇ ਹੰਕਾਰ ਦੇ ਵਿੱਚ ਵੀ ਸਾਡੇ ਬਾਪੂ ਜੀ ਹਨ, ਸਾਡੇ ਪਿਤਾ ਜੀ ਹਨ, ਅਸੀਂ ਉਹਨਾਂ ਦੀ ਸੇਵਾ ਨਹੀਂ ਕਰ ਸਕੇ, ਉਹਨਾਂ ਨੂੰ ਪਛਾਣ ਨਹੀਂ ਸਕੇ। ਸ੍ਰੀ ਗੁਰੂ ਰਾਮਦਾਸ ਪਰਿਆਤੇ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਤੇ ਕਿਰਪਾ ਹੋਈ ਹੈ, ਉਹਨਾਂ ਨੇ ਸੇਵਾ ਕੀਤੀ ਹੈ, ਉਹਨਾਂ ਨੇ ਬਚਨ ਮੰਨਿਆ ਹੈ।
ਉਹਨਾਂ ਨੂੰ ਜੇ ਅੱਧੀ ਰਾਤ ਨੂੰ ਵੀ ਉਹਨਾਂ ਨੇ ਕਹਿਤਾ ਵੀ ਦੁਪਹਿਰ ਹੈ ਤਾਂ ਉਹਨਾਂ ਨੇ ਦੁਪਹਿਰ ਹੀ ਕਿਹਾ, ਦਿਨ ਹੀ ਕਿਹਾ। ਜੇ ਉਹਨਾਂ ਨੇ ਦਿਨ ਨੂੰ ਰਾਤ ਕਹਿਤਾ ਤਾਂ ਗੁਰੂ ਰਾਮਦਾਸ ਨੇ ਉਦਾਂ ਹੀ ਮੰਨਿਆ। ਹਾਂਜੀ, ਭਏ ਪ੍ਰਸੰਨ ਹਿਰਦੈ ਹਰ ਖਾਤੇ। 22 ਸਾਲ ਦੀ ਸੇਵਾ ਵੇਖ ਕੇ ਮਹਾਰਾਜ ਖੁਸ਼ ਹੋਏ, ਗੁਰੂ ਅਮਰਦਾਸ ਜੀ ਪ੍ਰਸੰਨ ਹੋਏ ਰਾਮਦਾਸ ਉੱਤੇ। ਹਾਂਜੀ, ਜਬ ਗੁਰਤਾ ਦੇਵਨ ਤਿਨ ਲਾਗੇ। ਤੇ ਜਦੋਂ ਉਹਨੂੰ ਗੁਰਿਆਈ ਗੱਦੀ ਗੁਰੂ ਰਾਮਦਾਸ ਜੀ ਨੂੰ ਦੇਣ ਲੱਗੇ, ਹਾਂਜੀ, ਸਭ ਤੇ ਅਧਿਕ ਜਾਣਨ ਰਾਗੇ। ਸਾਰੇ ਸਿੱਖਾਂ ਵੱਲ ਵੇਖਿਆ ਸੀ, ਸਾਰਿਆਂ ਵੱਲ ਨਿਗਾਹ ਮਾਰੀ ਸੀ, ਸਾਰਿਆਂ ਵਿੱਚੋਂ ਪੂਰਾ ਯੋਗ ਇਸ ਗੱਦੀ ਦਾ ਮਾਲਕ ਬਣਨ ਦਾ ਹੱਕਦਾਰ ਸ੍ਰੀ ਗੁਰੂ ਰਾਮਦਾਸ ਨੂੰ ਹੀ ਪਾਇਆ ਸੀ। ਹਾਂਜੀ, ਪ੍ਰਥਮਹ ਕਾਰਨ ਕੀਨਸ ਮੋਹੀ। ਪਹਿਲਾਂ ਮੈਨੂੰ ਬੁਲਾਇਆ ਬਾਬਾ ਮੋਹਨ ਜੀ ਕਹਿੰਦੇ, ਪਹਿਲਾਂ ਮੈਨੂੰ ਸੱਦਿਆ ਆਪਣੇ ਕੋਲ ਮਹਾਰਾਜ ਸਾਹਿਬ ਜੀ ਨੇ, ਤੀਸਰੇ ਪਾਤਸ਼ਾਹ ਜੀ ਨੇ। ਹਾਂਜੀ, ਕਹਿ ਇਨ ਪੱਗ ਲਗ ਸਭ ਸੁਖ ਹੋਈ। ਤੇ ਮੈਨੂੰ ਕਹਿਣ ਲੱਗੇ, ਪੁੱਤਰ ਮੋਹਨ, ਇਹਨਾਂ ਦੇ ਚਰਨਾਂ ਤੇ ਮੱਥਾ ਟੇਕ, ਸਾਰੇ ਸੁੱਖ ਮਿਲਣਗੇ। ਗੁਰੂ ਰਾਮਦਾਸ ਨੂੰ ਮੱਥਾ ਟੇਕ, ਤੈਨੂੰ ਸਾਰੇ ਸੁੱਖ ਮਿਲਣਗੇ। ਹਾਂਜੀ, ਗੁਰਤਾ ਉਚਿਤ ਜਾਨ ਹਮ ਦੀਨਸ। ਅਸੀਂ ਇਹਨੂੰ ਯੋਗ ਜਾਣ ਕੇ ਗੁਰਿਆਈ ਦਿੱਤੀ ਹੈ। ਗੁਰਤਾ ਗੱਦੀ ਨੂੰ ਸਾਂਭਣ ਵਾਲਾ, ਗੁਰਤਾ ਗੱਦੀ ਦਾ ਮਾਲਕ ਬਣਨ ਯੋਗ ਇਹੀ ਹੈ। ਹਾਂਜੀ, ਅਜਰ ਚਰਨ ਇਨ ਉਰ ਲਖ ਲੀਨਸ। ਇਹ ਅਜਰ ਨੂੰ ਜਰਨ ਵਾਲਾ ਹੈ ਔਰ ਇਹ ਮਹਾਨ ਸ਼ਕਤੀਆਂ ਦਾ ਭੰਡਾਰਾ ਹੈ। ਇਹਦੇ ਵਿੱਚ ਅਕਾਲ ਪੁਰਖ ਨਿਰੰਕਾਰ ਦੀ ਜੋਤ ਵਿਰਾਜਮਾਨ ਹੋ ਰਹੀ ਹੈ। ਹਾਂਜੀ, ਅਧਿਕ ਸਭਨ ਤੇ ਇਨ ਵਡਿਆਈ। ਇਹ ਸਾਰਿਆਂ ਤੋਂ ਵੱਡਾ, ਇਹਦੀ ਵਡਿਆਈ ਵੱਡੀ। ਧੰਨ ਧੰਨ ਰਾਮਦਾਸ ਗੁਰ ਦਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਇਹਨਾਂ ਵਿੱਚ ਵੱਡੀ ਵਡਿਆਈ ਹੈ ਬਚਨ ਮੰਨਣ ਦੀ, ਆਪਾ ਭਾਵ ਨਾ ਜਨਾਣ ਦੀ। ਸਾਧ ਸੰਗਤ ਜੀ, ਇਹ ਹੰਕਾਰ ਸਾਡੇ ਅੰਦਰ ਖੜਕਾ ਕਰਦਾ ਹੀ ਰਹਿੰਦਾ ਹੈ। ਚੌਥੇ ਪਾਤਸ਼ਾਹ ਦੇ ਬਚਨ ਰੋਜ਼ ਪੜ੍ਹਦੇ, ਸਾਖਤ ਹਰ ਰਸ ਸਾਧ ਨਾ ਜਾਣਿਆ। ਤਿਨ ਅੰਤਰ ਹਉਮੈ ਕੰਡਾ ਹੈ। ਜਿਉ ਜਿਉ ਚਲੈ ਚੁਬੈ ਦੁਖ ਪਾਵੈ। ਜਮ ਕਾਲ ਸਹਿ ਸਿਰ ਡੰਡਾ ਹੈ। ਹਉਮੈ ਦਾ ਕੰਡਾ ਪਤਾ ਨਹੀਂ ਕਿਹੜੇ ਵੇਲੇ ਚੁਭਣ ਲੱਗ ਜਾਣਾ। ਮਾੜੀ ਜੀ ਕੋਈ ਗੱਲ ਕਹਿ ਦੇਵੇ, ਸਾਥੋਂ ਬਰਦਾਸ਼ਤ ਨਹੀਂ ਹੁੰਦੀ। ਕੋਈ ਗੱਲ ਹੋ ਜਾਵੇ, ਸਾਡੀ ਜ਼ਿੰਦਗੀ ਸਾਡੇ ਤੋਂ ਜਰੀ ਨਹੀਂ ਜਾਂਦੀ। ਅੰਦਰ ਉਹ ਜਾਗ ਪੈਂਦੀ, ਮੈਂ। ਇਸ ਤੋਂ ਬਚਣਾ ਔਖਾ ਹੈ। ਗੁਰੂ ਰਾਮਦਾਸ ਕਿਰਪਾ ਕਰਨ, ਬਚਾ ਲੈਣ ਤਾਂ ਬਚਾ ਲੈਣ, ਸਾਡੇ ਵੱਸ ਦੀ ਗੱਲ ਨਹੀਂ। ਤੋ ਇਸ ਹਉਮੈ ਦੇ ਕੰਡੇ ਤੋਂ ਬਚੇ ਪੂਰਨ ਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਤੇ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ, ਮੋਹਨ, ਇਹ ਹਰ ਤਰ੍ਹਾਂ ਨਾਲ ਪੂਰਾ ਹੈ, ਇਹਨੂੰ ਗੁਰੂ ਜਾਣ ਕੇ ਮੱਥਾ ਟੇਕੋ। ਹਾਂਜੀ, ਪੁਰਹਿ ਕਾਮਨਾ ਲਗਹਿ ਜੋ ਪਾਈ। ਜਿਹੜਾ ਇਹਨਾਂ ਦੇ ਚਰਨਾਂ ਨਾਲ ਜੁੜੇਗਾ ਉਹਦੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ। ਮੈਂ ਗਰਬਤ ਨੇ ਏਕ ਨਾ ਮਾਨੀ। ਇਹ ਗੱਲ ਮੇਰੇ ਪਿਤਾ ਜੀ ਨੇ ਮੈਨੂੰ ਬਾਰ-ਬਾਰ ਕਹੀ ਕਿ ਪੁੱਤਰ ਉਠੋ, ਮੱਥਾ ਟੇਕੋ। ਮੋਹਨ, ਉੱਠ ਕੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕ। ਪਰ ਮੈਂ ਅਹੰਕਾਰ ਦੇ ਵਿੱਚ ਆਪਣੇ ਪਿਤਾ ਮਹਾਰਾਜ ਦਾ ਬਚਨ ਨਹੀਂ ਮੰਨਿਆ। ਹਾਂਜੀ, ਹਮ ਪਿਤ ਕੇ ਸੁਤ ਯਾ ਕਰ ਜਾਨੀ। ਅਸੀਂ ਪਿਤਾ ਦੇ ਪੁੱਤਰ ਹਾਂ, ਗੁਰੂ ਅਮਰਦਾਸ ਦੇ ਪੁੱਤਰ ਹਾਂ। ਇਸੇ ਹੰਕਾਰ ਵਿੱਚ ਪਿਤਾ ਦੀ ਆਗਿਆ ਨਹੀਂ ਮੰਨੀ। ਹਾਂਜੀ, ਗਿਓ ਸਮੀਪ ਨਾ ਲਾਗਿਓ ਪਾਈ। ਮੈਂ ਗੁਰੂ ਰਾਮਦਾਸ ਦੇ ਕੋਲ ਨਹੀਂ ਗਿਆ, ਉੱਠ ਕੇ ਉਹਨਾਂ ਦੇ ਚਰਨਾਂ ਤੇ ਮੱਥਾ ਨਹੀਂ ਟੇਕਿਆ। ਹਮ ਕਰ ਗੁਰਤਾ ਲਖ ਵਡਿਆਈ। ਇਹ ਜਾਣ ਕੇ ਵੀ ਗੁਰਿਆਈ ਸਾਡੀ ਹੈ, ਸਾਡਾ ਹੱਕ ਹੈ। ਅਸੀਂ ਪਿਤਾ ਦੇ ਪੁੱਤਰ ਹਾਂ, ਗੁਰੂ ਤੇ ਅਸੀਂ ਬਣਨਾ। ਇਹ ਕਿਵੇਂ ਗੁਰੂ ਬਣ ਜਾਏਗਾ? ਹਾਂਜੀ, ਸੋਢੀ ਰਹਿਤ ਅਲੰਬ ਹਮਾਰੇ। ਇਹ ਸੋਢੀਆਂ ਦਾ ਪੁੱਤਰ ਸਾਡੇ ਆਸਰੇ ਰਹਿੰਦਾ ਸੀ, ਸਾਡੇ ਘਰ ਰਹਿੰਦਾ ਸੀ। ਅਸੀਂ ਤੇ ਇਹਨੂੰ ਰੋਟੀ ਪਾਣੀ ਦਿੰਦੇ ਹਾਂ, ਸਾਡਾ ਤਾਂ ਦਿੱਤਾ ਖਾਂਦਾ ਹੈ। ਤੇ ਇਹ ਸਾਡੀ ਗੱਦੀ ਦਾ ਕਿਵੇਂ ਮਾਲਕ ਬਣ ਸਕਦਾ? ਗੱਦੀ ਸਾਡੀ ਹੈ, ਪਿਓ ਦੀ ਜਗ੍ਹਾ ਤੇ ਪੁੱਤਰ ਹੀ ਬਹਿੰਦੇ ਹੁੰਦੇ ਨੇ। ਹਾਂਜੀ, ਲਗ ਆਪਣੇ ਤੇ ਤਾਹੇ ਵਿਚਾਰੇ। ਅਸੀਂ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਨੂੰ ਆਪਣੇ ਤੋਂ ਛੋਟਾ ਸਮਝਦੇ ਰਹੇ। ਹਾਂਜੀ, ਪੁਨਹ ਮੋਹਰੀ ਲਗ ਸਤ ਜੋ। ਫਿਰ ਮੇਰੇ ਛੋਟੇ ਭਰਾ
ਬਾਬਾ ਮੋਹਰੀ ਜੀ ਜਿਹੜੇ ਸਤਿਗੁਰੂ ਅਮਰਦਾਸ ਜੀ ਦੇ ਛੋਟੇ ਪੁੱਤਰ ਛੋਟੇ ਸਾਹਿਬਜ਼ਾਦੇ ਹਨ। ਹਾਂਜੀ, ਪਿਤ ਨੇ ਕਰਿਓ ਕਾਰਨ ਸੋ। ਉਹਨਾਂ ਨੂੰ ਯਾਨੀ ਮੇਰੇ ਛੋਟੇ ਭਾਈ ਬਾਬੇ ਮੋਹਰੀ ਜੀ ਨੂੰ ਸਾਡੇ ਪਿਤਾ ਮਹਾਰਾਜ ਗੁਰੂ ਅਮਰਦਾਸ ਜੀ ਨੇ ਬੁਲਾਇਆ, ਸੱਦਿਆ। ਕਹਿਓ ਸ ਰਾਮਦਾਸ ਕੇ ਚਰਨੀ। ਤੇ ਕਹਿਣ ਲੱਗੇ ਪੁੱਤਰ ਮੋਹਰੀ ਗੁਰੂ ਰਾਮਦਾਸ ਜੀ ਦੇ ਚਰਨੀ ਲੱਗੋ, ਮੱਥਾ ਟੇਕੋ। ਹਾਂਜੀ, ਬੰਧਨ ਕਰੋ ਪਰਹੋ ਇਨ ਸ਼ਰਨੀ। ਮੱਥਾ ਟੇਕ ਕੇ ਇਹਨਾਂ ਦੇ ਚਰਨਾਂ 'ਚ ਪੈ ਜਾਓ, ਇਹਨਾਂ ਦਾ ਹੁਕਮ ਮੰਨੋ, ਇਹਨਾਂ ਦਾ ਸਿਰ ਆਪਣੇ, ਇਹਨਾਂ ਦੇ ਹੱਥ ਨੂੰ ਆਪਣੇ ਸਿਰ ਤੇ ਰਖਾਓ। ਹਾਂਜੀ, ਸੁਣ ਕੇ ਪਿਤ ਆਏ ਸਨਹਿ ਫੇਰੀ। ਮੇਰੇ ਛੋਟੇ ਭਰਾ ਬਾਬਾ ਮੋਹਰੀ ਜੀ ਨੇ ਪਿਤਾ ਗੁਰਦੇਵ ਦਾ ਹੁਕਮ ਸੁਣ ਕੇ ਮੰਨ ਲਿਆ, ਉਹਨਾਂ ਨੇ ਹੁਕਮ ਨਹੀਂ ਮੋੜਿਆ। ਬਾਬੇ ਮੋਹਰੀ ਨੇ ਸਤ ਬਚਨ ਕਹਿ ਕੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕ ਦਿੱਤਾ। ਜਿਵੇਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਨਾ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀ। ਸਤ ਬਾਣੀ ਚਾਹੁੰਦਾ ਨਾ, ਜਦੋਂ ਕਿਸੇ ਪ੍ਰਾਣੀ ਦੇ ਨਿਮਿਤ ਭੋਗ ਪੈਂਦਾ ਤਾਂ ਸਤ ਬਾਣੀ ਵਿਸ਼ੇਸ਼ ਕਰਕੇ ਪੜ੍ਹੀ ਜਾਂਦੀ ਹੈ। ਉਹਦੇ 'ਚ ਗੁਰੂ ਅਮਰਦਾਸ ਜੀ ਦਾ ਅੰਤਮ ਮੈਸੇਜ ਹੈ ਜੋ ਸਾਡੇ ਸੰਸਾਰ ਦੇ ਭਲੇ ਵਾਸਤੇ, ਕਿ ਕੋਈ ਪ੍ਰਾਣੀ ਰੋਵੇ ਪਿੱਟੇ ਨਾ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ। ਉਹਦੇ ਵਿੱਚ ਇਹ ਬਚਨ ਆਉਂਦਾ, ਮੋਹਰੀ ਪੁੱਤ ਸਨਮੁਖ ਹੋਇਆ। ਮੋਹਰੀ ਪੁੱਤ ਗੁਰੂ ਦਾ ਸਨਮੁਖ ਹੋ ਗਿਆ। ਸਨਮੁਖ ਹੁੰਦੇ ਜਿਹੜਾ ਸਾਹਮਣੇ ਬਚਨ ਮੰਨ ਲਵੇ, ਆਗਿਆਕਾਰੀ ਹੁਕਮ ਵਿੱਚ ਰਹਿਣ ਵਾਲਾ। ਇੱਕ ਬੇਮੁਖ ਹੁੰਦਾ, ਇੱਕ ਸਨਮੁਖ ਹੁੰਦਾ। ਬਾਬਾ ਮੋਹਰੀ ਜੀ ਸਨਮੁਖ ਬਣ ਗਏ। ਸਤਿਗੁਰੂ ਰਾਮਦਾਸ ਸਾਹਿਬ ਨੂੰ ਮੱਥਾ ਟੇਕ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ। ਹਾਂਜੀ, ਧਰਿਓ ਚਰਨ ਪਰ ਸਿਰ ਤਿਸ ਬੇਰੀ। ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਤੇ ਬਾਬਾ ਮੋਹਰੀ ਜੀ ਨੇ ਸੀਸ ਰੱਖ ਕੇ ਨਮਸਕਾਰ ਕੀਤੀ। ਵੇਖਿਓ ਪੁੱਤਰ ਲਗ ਪਾਏ ਨ ਲਾਗਾ। ਔਰ ਸਾਧ ਸੰਗਤ ਜੀ, ਛੋਟਾ ਪੁੱਤਰ ਜਾਣ ਕਰਕੇ ਚਰਨਾਂ ਦੇ ਉੱਤੇ ਜਦੋਂ ਮੱਥਾ ਟੇਕਿਆ ਤੇ ਗੁਰੂ ਅਮਰਦਾਸ ਜੀ ਬੜੇ ਖੁਸ਼ ਹੋਏ। ਹਾਂਜੀ, ਹੋਏ ਪ੍ਰਸੰਨ ਕਹਿ ਭਾਵੜ ਭਾਗਾ। ਤੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਪੁੱਤਰ ਮੋਹਰੀ ਤੂੰ ਸਭ ਦਾ ਮੋਹਰੀ। ਮਹਾਰਾਜ ਨੇ, ਪਿਤਾ ਜੀ ਨੇ, ਗੁਰੂ ਅਮਰਦਾਸ ਜੀ ਨੇ ਛੋਟੇ ਪੁੱਤਰ ਨੂੰ ਮੋਹਰੀ ਨੂੰ ਸਾਰਿਆਂ ਦਾ ਮੋਹਰੀ ਕਰ ਦਿੱਤਾ। ਮੋਹਰੀ ਦਾ ਅਰਥ ਹੁੰਦਾ ਆਗੂ, ਮੁਖੀਆ, ਸ਼੍ਰੋਮਣੀ, ਸਾਰਿਆਂ ਦਾ ਮੋਹਰੀ ਹੋ ਗਿਆ ਤੂੰ। ਹਾਂਜੀ, ਰਿੱਧ ਸਿੱਧ ਨਵ ਨਿਧ ਆਨੰਦ। ਜਾਂ ਤੈਨੂੰ ਸਾਰਾ ਕੁਝ ਬਖਸ਼ਿਆ, ਰਿੱਧੀਆਂ ਸਿੱਧੀਆਂ ਨੌ ਨਿਧੀਆਂ ਤੇਰੇ ਕੋਲ ਰਹਿਣਗੀਆਂ, ਤੇਰੇ ਬਚਨ ਸੱਤਾ ਰਹੇਗੀ। ਤੇਰੀ ਅੰਸ ਬੰਸ 'ਚ ਬੜੇ ਬੜੇ ਮਹਾਂਪੁਰਸ਼ ਗੁਰਸਿੱਖ ਕਰਨੀਆਂ ਵਾਲੇ ਸਾਧੂ ਸੰਤ ਬ੍ਰਹਮ ਗਿਆਨੀ ਹੋਣਗੇ। ਸਾਧ ਸੰਗਤ ਜੀ, ਬਾਬੇ ਮੋਹਰੀ ਜੀ ਦੀ ਅੰਸ ਬੰਸ ਵਿੱਚੋਂ ਬੜੇ ਬੜੇ ਕਰਨੀਆਂ ਵਾਲੇ ਗੁਰਸਿੱਖ ਜਿਨ੍ਹਾਂ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਹੋਏ ਹਨ। ਬਾਬਾ ਕਾਹਨ ਸਿੰਘ ਜੀ ਜਿਹੜੇ ਬੰਦੇ ਬਹਾਦਰ ਦੇ ਨਾਲ ਮਹਾਰਾਜ 10ਵੇਂ ਪਾਤਸ਼ਾਹ ਨੇ 5 ਪਿਆਰੇ ਹਜ਼ੂਰ ਸਾਹਿਬ ਤੋਂ ਭੇਜੇ ਸੀ, ਉਹ ਇਸੇ ਪਰਿਵਾਰ ਵਿੱਚੋਂ, ਬਾਬਾ ਮੋਹਰੀ ਜੀ ਦੇ ਪਰਿਵਾਰ 'ਚੋਂ, ਗੁਰੂ ਅਮਰਦਾਸ ਜੀ ਦੀ ਅੰਸ ਬੰਸ ਵਿੱਚੋਂ ਭੱਲੇ ਸਾਹਿਬਜ਼ਾਦੇ ਸਨ। ਇਸੇ ਤਰ੍ਹਾਂ ਬਾਬਾ ਗੁਰਕਿਰਪਾਲ ਸਿੰਘ ਜੀ ਜਿਨ੍ਹਾਂ ਨੇ, ਭੱਲਾ ਜੀ ਨੇ ਪੋਥੀ ਮਹਿਮਾ ਪ੍ਰਕਾਸ਼ ਵਾਰਤਕ 'ਚ ਲਿਖੀ ਹੈ। ਅੱਗੋਂ ਫਿਰ ਬਾਬਾ ਸਰੂਪ ਦਾਸ ਜੀ ਭੱਲਾ ਜਿਨ੍ਹਾਂ ਨੇ ਮਹਿਮਾ ਪ੍ਰਕਾਸ਼ ਨੂੰ ਕਵਿਤਾ 'ਚ ਲਿਖਿਆ ਹੈ। ਉਹਨਾਂ ਦੇ ਅੱਗੇ ਬਾਬਾ ਸਾਧੂ ਸਿੰਘ ਜੀ ਨਿਹੰਗ ਸਿੰਘ ਪਟਨੇ ਸਾਹਿਬ ਨਿਜ਼ਾਮਾਬਾਦ ਬਿਹਾਰ ਦੇ ਵਿੱਚ ਸਿੱਖੀ ਦਾ ਬੜਾ ਵੱਡਾ ਪ੍ਰਚਾਰ ਕੀਤਾ। ਬਾਬੇ ਸਾਧੂ ਸਿੰਘ ਜੀ ਨਿਹੰਗ ਸਿੰਘ ਦੇ ਪੁੱਤਰ ਬਾਬਾ ਸ਼ਮੇਰ ਸਿੰਘ ਜੀ ਨਿਹੰਗ ਸਿੰਘ ਜਿਨ੍ਹਾਂ ਨੇ ਪਟਨੇ ਸਾਹਿਬ ਬੜੀ ਲੰਮੇ ਸਮੇਂ ਜਥੇਦਾਰੀ ਨਿਭਾਈ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਜੀਵਨ ਸ੍ਰੀ ਗੁਰਪਦ ਪ੍ਰੇਮ ਪ੍ਰਕਾਸ਼ ਗ੍ਰੰਥ ਲਿਖਿਆ। ਯਾਨੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੀ ਅੰਸ ਬੰਸ ਵਿੱਚੋਂ ਭੱਲਿਆਂ 'ਚ ਬੜੇ ਬੜੇ ਮਹਾਤਮਾ ਮਹਾਂਪੁਰਸ਼ ਹੋਰ ਵੀ ਸਾਧੂ ਸੰਤ ਹੋਏ ਨੇ। ਗੁਰੂ ਅਮਰਦਾਸ ਜੀ ਵਰ ਦਿੱਤਾ, ਕਹਿਣ ਲੱਗੇ ਪੁੱਤਰ ਮੋਹਰੀ ਤੁਹਾਡੀ ਅੰਸ ਬੰਸ ਵਿੱਚ ਗੁਰਸਿੱਖੀ ਦਾ ਬਹੁਤ ਵਾਧਾ ਹੋਵੇਗਾ। ਹਾਂਜੀ, ਪੁੱਤਰ ਮੋਹਰੀ ਪਾਏ ਬੁਲੰਦ। ਆਪਣੇ ਵੱਡੇ ਪੁੱਤਰ ਮੋਹਰੀ ਨੂੰ ਸਤਿਗੁਰੂ, ਛੋਟੇ ਪੁੱਤਰ ਮੋਹਰੀ ਨੂੰ ਮਹਾਰਾਜ ਜੀ ਨੇ ਸਾਰਿਆਂ ਤੋਂ ਮੋਹਰੀ ਹੋਣ ਦਾ ਵਰ ਦੇ ਦਿੱਤਾ। ਹਾਂਜੀ, ਰਾਖ ਲਈ ਭਲਿਆਨ ਕੁਲ ਕੇਰੀ। ਗੁਰੂ ਅਮਰਦਾਸ ਕਹਿੰਦੇ ਪੁੱਤਰ ਮੋਹਰੀ ਤੂੰ ਭਲਿਆਂ ਦੀ ਕੁਲ ਦੀ ਲਾਜ ਰੱਖ ਲਈ ਹੈ। ਕਿਉਂ? ਅੱਗੇ ਮਹਾਰਾਜ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਦੋ ਸਾਹਿਬਜ਼ਾਦੇ ਹੋਏ ਤਾਂ ਬਹੁਤ ਮਹਾਂਪੁਰਸ਼ ਕਰਨੀਆਂ ਵਾਲੇ, ਧੰਨ ਧੰਨ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਪਰ ਸਤਿਗੁਰੂ ਪਿਤਾ ਜੀ ਦਾ ਹੁਕਮ ਨਹੀਂ ਮੰਨ ਸਕੇ। ਬੰਦਗੀ ਬਹੁਤ ਸੀ, ਜਪ ਤਪ ਬਹੁਤ ਸੀ,
ਪਰ ਇਸੇ ਮਾਣ ਵਿੱਚ ਵੀ ਸਾਡੇ ਪਿਤਾ ਹਨ, ਸਾਨੂੰ ਕੀ ਲੋੜ ਹੈ ਹੁਕਮ ਮੰਨਣ ਦੀ। ਹੁਕਮ ਨਹੀਂ ਮੰਨਿਆ। ਫਿਰ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ 2 ਪੁੱਤਰ ਹੋਏ, ਬ੍ਰਹਮ ਗਿਆਨੀ ਹੋਏ ਮਹਾਂਪੁਰਸ਼, ਬਾਬਾ ਦਾਤੂ ਜੀ, ਬਾਬਾ ਦਾਸੂ ਜੀ। ਹੁਕਮ ਉਹ ਵੀ ਨਹੀਂ ਮੰਨ ਸਕੇ। ਗੁਰੂ ਅਮਰਦਾਸ ਸਾਹਿਬ ਜੀ ਦੇ 2 ਪੁੱਤਰਾਂ ਵਿੱਚੋਂ ਛੋਟੇ ਨੇ ਹੁਕਮ ਮੰਨਿਆ ਪਹਿਲੀ ਵਾਰ। ਗੁਰੂ ਪੁੱਤਰਾਂ 'ਚ ਪਹਿਲੀ ਵਾਰ ਜੇ ਕਿਸੇ ਨੇ ਪਿਤਾ ਦਾ ਹੁਕਮ ਮੰਨਿਆ ਤਾਂ ਉਹ ਬਾਬਾ ਮੋਹਰੀ ਜੀ ਹਨ। ਹਾਂਜੀ, ਸੰਤਤ ਤੇਰੀ ਫਲਹਿ ਕਨੇਰੀ। ਤੇ ਸਤਿਗੁਰੂ ਜੀ ਨੇ ਵਰ ਦਿੱਤਾ ਵੀ ਤੇਰੀ ਔਲਾਦ ਬੜੀ ਵਧੇ ਫੁੱਲੇਗੀ, ਬਹੁਤ ਬੂਟਾ ਸੰਘਣਾ ਸਿੱਖੀ ਦਾ ਲੱਗੇਗਾ। ਹਾਂਜੀ, ਸਭ ਸੁਖ ਪਾਵਹਿ ਜਾਵਦ ਜੀਵ ਹੈ। ਜਿੰਨਾ ਚਿਰ ਤੁਸੀਂ ਜਿਉਂਦੇ ਰਹੋਗੇ ਸਾਰੇ ਸੁੱਖ ਤੁਹਾਡੇ ਚਰਨਾਂ 'ਚ ਰਹਿਣਗੇ, ਔਰ ਗਾਂ ਤੁਹਾਡੀ ਸਿੱਖੀ ਸੇਵਕੀ, ਤੁਹਾਡਾ ਪਰਿਵਾਰ, ਉਹ ਵੀ ਸਭ ਸੁਖੀ ਵਸਣਗੇ। ਹਾਂਜੀ, ਅੰਤ ਹਮਾਰੇ ਨਿਕਟੀ ਥੀਵ ਹੈ। ਅੰਤ ਨੂੰ ਸਾਡੇ ਕੋਲ ਸੱਚਖੰਡ ਵਿੱਚ ਥਾਂ ਮਿਲੇਗੀ, ਜਿੱਥੇ ਸਤਿਗੁਰਾਂ ਦਾ ਵਾਸਾ ਹੈ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਉੱਥੇ ਤੁਹਾਡਾ ਵਾਸਾ ਹੋਵੇਗਾ। ਗੁਰੂ ਦੀ ਨਗਰੀ 'ਚ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਉੱਥੇ ਪਹੁੰਚੋਗੇ। ਹਾਂਜੀ, ਇਮਬਰ ਦੇ ਕਰ ਕਰਿਓ ਨਿਹਾਲ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਮਹਾਰਾਜ ਨੇ ਬੜੇ ਵਰ ਦਿੱਤੇ ਬਾਬਾ ਜੀ, ਬਾਬਾ ਮੋਹਰੀ ਜੀ ਨੂੰ। ਤੋ ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ। ਸਤਿਗੁਰੂ ਰਾਮਦਾਸ ਜੀ ਦੇ ਪੈਰੀ ਪੈ ਕੇ ਬਾਬਾ ਮੋਹਰੀ ਜੀ ਸ਼੍ਰੋਮਣੀ ਸਨਮੁਖ ਸਿੱਖ ਹੋ ਗਏ। ਹਾਂਜੀ, ਪਾਏ ਸਗਲ ਸੁਖ ਪਿਤ ਬਚਨਾਲ। ਪਿਤਾ ਜੀ ਦੇ ਬਚਨਾਂ ਨਾਲ ਸਾਰੇ ਸੁਖ ਉਹਨਾਂ ਨੂੰ ਪ੍ਰਾਪਤ ਹੋਏ ਹਨ। ਰਾਮਦਾਸ ਕੋ ਦੇਗਰ ਟੀਕਾ। ਔਰ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦਾ ਤਿਲਕ ਦੇ ਕਰਕੇ ਕਰਿਓ ਪਿਆਨ ਆਪਣੋ ਨੀਕਾ। ਸ੍ਰੀ ਗੁਰੂ ਅਮਰਦਾਸ ਸਾਡੇ ਪਿਤਾ ਜੀ ਸੱਚਖੰਡ ਪਿਆਨਾ ਕਰ ਗਏ, ਜੋਤੀ ਜੋ ਸਮਾ ਗਏ ਸੰਨ 1574 ਦੇ ਵਿੱਚ। ਹਾਂਜੀ, ਸ੍ਰੀ ਗੁਰੂ ਰਾਮਦਾਸ ਤਿਨ ਪਾਛੇ। ਉਹਨਾਂ ਤੋਂ ਬਾਅਦ ਗੱਦੀ ਦੇ ਮਾਲਕ ਚੌਥੇ ਪਾਤਸ਼ਾਹ ਆਪ ਜੀ ਦੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਹੋਏ ਹਨ। ਹਾਂਜੀ, ਬੈਠ ਸੁਹਾਵਤ ਗਾਦੀ ਆਚੇ। ਉਹ ਗੱਦੀ ਤੇ ਬੈਠੇ ਬੜੇ ਸੋਭਾ ਪਾਈ, ਉਹਨਾਂ ਦੀ ਬੜੀ ਮਹਿਮਾ ਹੋਈ। ਧੰਨ ਧੰਨ ਰਾਮਦਾਸ ਗੁਰ, ਕੁੱਲ ਦੁਨੀਆ ਵਿੱਚ ਉਹਨਾਂ ਦੇ ਨਾਮ ਦੀ ਧੰਨ ਧੰਨ ਹੋ ਗਈ। ਹਾਂਜੀ, ਸਰਬ ਰੀਤ ਗੁਰ ਤਾਬਿਦ ਤਾਈ। ਉਹਨਾਂ ਨੇ ਹਰ ਤਰੀਕੇ ਨਾਲ ਗੁਰਸਿੱਖੀ ਦਾ ਪ੍ਰਚਾਰ ਕੀਤਾ, ਵੱਧ ਚੜ ਕੇ। ਗੁਰੂ ਨਾਨਕ ਦੀ ਗੱਦੀ ਦਾ ਸਾਰੇ ਸੰਸਾਰ ਵਿੱਚ ਡੰਕਾ ਵੱਜਿਆ ਜਦੋਂ ਗੁਰੂ ਰਾਮਦਾਸ ਨੇ ਅੰਮ੍ਰਿਤਸਰ ਦੇ ਸਰੋਵਰ ਦੀ ਸੇਵਾ ਸ਼ੁਰੂ ਕਰਾਈ। ਹਾਂਜੀ, ਰੀਜ ਖੀਜ ਹੋਏ ਨਾ ਨਿਫਲਾਈ। ਜਿਸ ਤੇ ਗੁਰੂ ਰਾਮਦਾਸ ਜੀ ਖੁਸ਼ ਹੋ ਜਾਂਦੇ ਸੀ ਨਾ, 9 ਨਿਧੀਆਂ 18 ਸਿੱਧੀਆਂ ਉਹਦੇ ਚਰਨਾਂ 'ਚ ਆ ਜਾਂਦੀਆਂ ਸੀ। ਸਾਧ ਸੰਗਤ ਜੀ ਅੱਗੇ ਕਥਾ ਆਉਣੀ ਹੈ, ਪਹਿਲਾਂ ਵੀ ਆਪਾਂ ਸੁਣ ਚੁੱਕੇ ਹਾਂ। ਅੰਮ੍ਰਿਤਸਰ ਸਾਹਿਬ ਦੀ ਸੇਵਾ ਵੇਲੇ ਕਿੰਨੇ ਕਿਹਨਾਂ ਤੇ ਕਿਰਪਾ ਹੋਈ। ਇੱਕ ਸੋਮਾ ਸ਼ਾਹ ਮੁੰਡਾ, ਸੋਮਾ ਨਾਮ ਦਾ, ਘੁੰਗਣੀਆਂ ਵੇਚ ਕੇ, ਆ ਚਣੇ ਉਬਾਲ ਕੇ ਨਾ ਤੇ ਘੁੰਗਣੀਆਂ ਵੇਚ ਕੇ ਤੇ ਉਹਦੇ ਨਾਲ 2-4 ਪੈਸੇ ਲਾਉਂਦੇ, ਘਰ ਦਾ ਗੁਜ਼ਾਰਾ ਕਰਦਾ ਸੀ। ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਇੱਕ ਦਿਨ ਦੀਵਾਨ 'ਚੋਂ ਉੱਠੇ ਨੇ, ਕੋਈ ਮਾਇਆ ਨਹੀਂ ਆਈ, ਚੜਾਵਾ ਨਹੀਂ ਚੜਿਆ। ਉਧਰੋਂ ਮੰਗਤੇ ਗਰੀਬ ਲੋਕ ਮਹਾਰਾਜ ਕੋਲੋਂ ਕੁਝ ਆਸ ਲਾ ਕੇ ਖੜੇ ਸੀ ਵੀ ਗੁਰੂ ਸਾਹਿਬ ਸਾਨੂੰ ਕੋਈ ਪੈਸਾ ਧੇਲਾ ਦੇਣਗੇ। ਮਹਾਰਾਜ ਜਿੰਨੀ ਮਾਇਆ ਹੁੰਦੀ ਸੀ ਨਾ ਚੜਾਵੇ ਦੀ, ਉਹਦੇ 'ਚੋਂ ਕੁਝ ਪੈਸੇ ਗਰੀਬਾਂ ਨੂੰ ਵੰਡਿਆ ਕਰ, ਜਿਹੜੇ ਵਿਚਾਰਿਆਂ ਦੇ ਘਰ ਬਹੁਤ ਹੀ ਗਰੀਬੀ, ਕੋਈ ਮੰਗਤੇ ਫਕੀਰ ਸਾਧੂ ਸੰਤ ਇਹੋ ਜਿਹੇ, ਉਹਨਾਂ ਨੂੰ ਰੁਪਈਆ ਧੇਲੀ ਜੋ ਵੀ ਬਣਦਾ ਸੀ ਦਿੰਦੇ ਸੀ। ਅੱਜ ਮਾਇਆ ਕੋਈ ਨਹੀਂ। ਸੋਮਾ ਮੁੰਡਾ ਘੁੰਗਣੀਆਂ ਵੇਚ ਕੇ ਬੈਠਾ। ਸੋਮੇ ਕੋਲ ਗਏ ਸਤਿਗੁਰੂ ਰਾਮਦਾਸ, ਤੇ ਉਹਦੇ ਕੋਲ ਨਾ ਘੁੰਗਣੀਆਂ ਦੇ ਪੈਸੇ ਵਟਕ ਆਈ ਹੋਈ। ਕਹਿੰਦੇ ਸੋਮਿਆ, ਸਾਨੂੰ ਥੋੜ੍ਹੇ ਜਿਹੇ ਪੈਸੇ ਉਧਾਰੇ ਦੇ ਦੇ, ਅਸੀਂ ਤੈਨੂੰ ਕੱਲ੍ਹ ਨੂੰ ਮੋੜ ਦਿਆਂਗੇ। ਆਹ ਦੇ ਦਈਏ, ਅਸੀਂ ਗਰੀਬਾਂ ਦੇ ਵਿੱਚ ਵੰਡ ਦਈਏ। ਉਹ ਕਹਿੰਦਾ ਮਹਾਰਾਜ ਸਾਰਾ ਕੁਝ ਤੁਹਾਡਾ ਹੀ ਹੈ। ਉਹਨੇ ਬੜੀ ਖੁਸ਼ੀ ਨਾਲ ਸਾਰੇ ਪੈਸੇ ਜਿਹੜੇ ਸੀ ਸੱਚੇ ਪਾਤਸ਼ਾਹ ਨੂੰ ਫੜਾ ਦਿੱਤੇ। ਫਿਰ ਸਤਿਗੁਰੂ ਜੀ ਉਹ ਮਾਇਆ ਲੈ ਕੇ ਨਾ ਗੁਰੂ ਰਾਮਦਾਸ ਪਾਤਸ਼ਾਹ ਗਰੀਬਾਂ 'ਚ ਵੰਡੀ ਜਾਂਦੇ ਆ, ਤੇ ਨਾਲੇ ਕਹਿੰਦੇ ਵੀ ਸੋਮਾ ਤੇ ਸਾਡਾ ਸ਼ਾਹ ਹੈ। ਸ਼ਾਹਾਂ ਤੋਂ ਲੋਕ ਕਰਜ਼ਾ ਲੈਂਦੇ ਸੀ ਨਾ ਪਹਿਲਾਂ, ਅਸੀਂ ਸ਼ਾਹੂਕਾਰ ਤੋਂ ਕਹਿੰਦੇ ਕਰਜ਼ਾ ਲੈ ਲਿਆ, ਸੋਮਾ ਤੇ ਸਾਡਾ ਸ਼ਾਹ ਹੈ। ਸਾਧ ਸੰਗਤ ਜੀ ਐਸੀ ਕਿਰਪਾ ਹੋਈ, ਅੱਜ ਤੁਸੀਂ ਚਲੇ ਜਾਓ ਬੰਬੇ 'ਚ, ਦਿੱਲੀ 'ਚ, ਇੰਗਲੈਂਡ ਵਿੱਚ, ਸੋਮੇ ਸ਼ਾਹ ਦੇ ਪਰਿਵਾਰ ਵਾਲੇ ਸ਼ਾਹ ਜੀ ਕਹਾਉਂਦੇ ਨੇ। ਉਹਨਾਂ ਦਾ ਬਹੁਤ ਵੱਡਾ ਹੁਣ ਤਾਂ ਪਰਿਵਾਰ ਗਾਂਹ ਦੀ ਗਾਂਹ ਬਹੁਤ ਸ਼ਾਖਾ ਹੋ ਗਈਆਂ ਉਹਨਾਂ ਦੀਆਂ।
ਉਹਨਾਂ ਦੇ ਪਰਿਵਾਰ ਦਾਸ ਉਹਨਾਂ ਦੇ ਘਰ ਵੀ ਜਾ ਕੇ ਆਇਆ। ਜਿੱਥੇ ਜਿੱਥੇ ਉਹਨਾਂ ਦੇ ਘਰ ਨੇ ਨਾ, ਗੁਰੂ ਗ੍ਰੰਥ ਸਾਹਿਬ ਵਾਲੇ ਸੋਨੇ ਦੀ ਪਾਲਕੀ ਹੁੰਦੀ ਹੈ ਅਤੇ ਮਹਾਰਾਜ ਦੀ ਸੇਵਾ ਹੁੰਦੀ ਹੈ। ਉਹ ਸ਼ਾਹ ਜੀ ਕਹਾਉਂਦੇ ਨੇ, ਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਦੇ ਨੇ। ਸਿੱਖੀ ਤਿਆਰ ਬਰ ਤਿਆਰ ਨੇ, ਕਈਆਂ ਨੇ ਅੰਮ੍ਰਿਤ ਛਕੇ ਨੇ, ਕਈ ਸਹਿਜਧਾਰੀ ਨੇ, ਪਰ ਮੰਨਦੇ ਗੁਰੂ ਰਾਮਦਾਸ ਜੀ ਨੂੰ ਹੀ ਨੇ। ਯਾਨੀ ਕਿ ਸ਼ਾਹ ਬਣਾਤਾ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ, ਇੱਕ ਘੁੰਗਣੀਆਂ ਮੰਗਣ ਵੇਚਣ ਵਾਲੇ ਨੂੰ, ਗਰੀਬ ਜਿਹੇ ਬੰਦੇ ਨੂੰ। ਇਸ ਤਰ੍ਹਾਂ ਦੇ ਸਤਿਗੁਰੂ ਹਨ ਗੁਰੂ ਰਾਮਦਾਸ ਸਾਹਿਬ ਜੀ। ਇੰਨੀ ਵੱਡੀ ਵਡਿਆਈ ਹੋਈ ਉਹਨਾਂ ਦੀ। ਹਾਂਜੀ, ਚਾਹੋਂ ਦੇਸ਼ ਤੇ ਆਵਣ ਲਗ ਪੂਜਾ, ਸਾਰੀ ਦੁਨੀਆ ਉਹਨਾਂ ਨੂੰ ਪੂਜਣ ਲਈ ਆਉਂਦੀ ਸੀ, ਉੱਤਰ ਦੱਖਣ ਪੂਰਬ ਪੱਛਮ। ਹਾਂਜੀ, ਬੜਿਓ ਪ੍ਰਤਾਪ ਨਾ ਸਮਸਰ ਦੂਜਾ, ਉਹਨਾਂ ਦੇ ਵਰਗਾ ਕਿਸੇ ਦਾ ਪ੍ਰਤਾਪ ਨਹੀਂ ਹੋਇਆ। ਇਹੋ ਜਿਹਾ ਸੰਸਾਰ 'ਚ ਗੁਰੂ ਰਾਮਦਾਸ ਦਾ ਪ੍ਰਤਾਪ ਹੋਇਆ ਵੀ ਦੁਨੀਆ ਦੇ ਹੋਰ ਕਿਸੇ ਦਾ ਇੰਨਾ ਪ੍ਰਤਾਪ ਨਹੀਂ ਹੋਇਆ। ਹਾਂਜੀ, ਕਰੇ ਹਜ਼ਾਰੋ ਦਾਸ ਨਿਹਾਲੂ, ਲੱਖਾਂ ਦਾਸਾਂ ਨੂੰ, ਸੇਵਕਾਂ ਨੂੰ ਨਿਹਾਲ ਕਰਤਾ। ਜਿਹਦੇ ਵੱਲ ਵੀ ਦ੍ਰਿਸ਼ਟੀ ਕਰਤੀ, ਜਿਹਦੇ ਵੱਲ ਵੀ ਕਿਰਪਾ ਕਰਤੀ। ਉਹ ਮਾਈ ਭਿੱਖਾਂ ਜਿਹੜੀ ਕਹਿੰਦੀ ਵੀ ਸੋਨੇ ਦੀ ਮਧਾਣੀ ਹੋਵੇ, ਪੋਤਰੇ ਨੌ ਦੁੱਧ ਰਿੜਕਦੀ ਵੇਖਾਂ। ਮਹਾਰਾਜ ਕਹਿੰਦੇ ਇੱਕ ਵਾਰ ਮੰਗ ਲੈ, ਕਹਿੰਦੀ ਇੱਕੋ ਜਿਹਾ ਮੰਗਿਆ ਵੀ ਸੋਨੇ ਦੀ ਮਧਾਣੀ ਹੋਵੇ, ਪੋਤਰੇ ਨੌ ਦੁੱਧ ਰਿੜਕਦੀ ਵੇਖਾਂ। ਮਹਾਰਾਜ ਕਹਿੰਦੇ ਮਾਈ ਇੱਕ ਕਿੱਥੇ ਮੰਗਿਆ, ਤੂੰ ਤਾਂ ਤਿੰਨ ਮੰਗ ਲੈ। ਸੋਨੇ ਦੀ ਮਧਾਣੀ ਰਾਜਿਆਂ ਦੇ ਘਰ ਹੁੰਦੀ, ਰਾਜ ਮੰਗਿਆ। ਪੋਤਰੇ ਨੌ ਤਾਂ ਉਹਦੀ ਪਹਿਲਾਂ ਪੁੱਤਰ ਹੋਵੇ, ਪੁੱਤਰ ਮੰਗਿਆ। ਅੱਖਾਂ ਤੇਰੇ ਕੋਲ ਹੈ ਨਹੀਂ, ਵੇਖੇਂਗੀ ਕਾਹਦੇ ਨਾਲ? ਤੂੰ ਅੱਖਾਂ ਵੀ ਮੰਗ ਲਈ, ਚੰਗਾ ਜਾ, ਅੱਖਾਂ ਵੀ ਠੀਕ ਹੋਣਗੀਆਂ। ਤੇਰੇ ਘਰ ਬ੍ਰਹਮ ਗਿਆਨੀ ਮਹਾਂਪੁਰਸ਼ ਭਗਤੂ ਜਨਮ ਲਵੇਗਾ, ਨਾਮ ਭਾਈ ਭਗਤੂ ਰੱਖੀ। ਉਹਦੀ ਅੰਸ਼ ਬੰਸ ਰਾਜ ਕਰੇਗੀ। ਸਾਧ ਸੰਗਤ ਜੀ, ਕੈਥਲ ਦੇ ਰਾਜੇ ਭਾਈ ਭਗਤੂ ਦਾ ਹੀ ਪਰਿਵਾਰ ਹੋਇਆ, ਮਾਈ ਭਿੱਖਾਂ ਦਾ ਹੀ। ਇਹ ਗੁਰੂ ਰਾਮਦਾਸ ਦੇ ਵਰ ਸੀਗੇ, ਜਿਨ੍ਹਾਂ ਜਿਨ੍ਹਾਂ ਤੇ ਕਿਰਪਾ ਕਰਤੀ, ਰਾਜੇ ਮਹਾਰਾਜੇ ਬਣਾਤੇ, ਭੀਖ ਮੰਗਦੇ ਕੰਗਲੇ ਲੋਕ ਬਾਦਸ਼ਾਹ ਬਣਾਤੇ। ਹਾਂਜੀ, ਦੁਸ਼ਟਨ ਦੀਨਸ ਕਸ਼ਟ ਕਰਾਲੂ, ਔਰ ਦੁਸ਼ਟਾਂ ਜ਼ਾਲਮਾਂ ਪਾਪੀਆਂ ਨੂੰ ਨਾਸ਼ ਕਰਨ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹੋ ਜਿਹਾ ਪਰਿਵਾਰ ਅੱਗੇ ਚਲਾਇਆ, ਜਿਹਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਵਰਗੇ ਯੋਧੇ ਵੀ ਪੈਦਾ ਹੋਏ। ਸਾਰਾ ਕੁਝ ਗੁਰੂ ਰਾਮਦਾਸ ਦੇ ਘਰ ਦੀ ਵਡਿਆਈ ਹੈ। ਹਾਂਜੀ, ਦੇਖ ਤਿਨ ਹੋ ਚਿਤ ਵਿਆਪੀ ਚਿੰਤਾ, ਗੁਰੂ ਰਾਮਦਾਸ ਦਾ ਪ੍ਰਤਾਪ ਦੇਖ ਕੇ ਮੈਨੂੰ ਵੀ ਚਿੰਤਾ ਹੋਈ। ਮੈਨੂੰ ਚਿੰਤਾ ਇਹ ਹੋਈ ਵੀ ਅਸੀਂ ਗੁਰੂ ਦੇ ਪੁੱਤਰ, ਅਸੀਂ ਖਾਲੀ ਰਹਿ ਗਏ, ਇਹਨਾਂ ਦਾ ਪ੍ਰਤਾਪ ਬੜਾ ਹੋ ਗਿਆ। ਹਾਂਜੀ, ਹਮ ਛੂਛੇ ਇਹ ਭੇ ਭਗਵੰਤਾ, ਅਸੀਂ ਖਾਲੀ ਹਾਂ, ਇਹ ਮਾਲਕ ਬਣ ਗਏ ਸਾਰੀਆਂ ਗੱਦੀਆਂ ਦੇ। ਹਾਂਜੀ, ਭਇਓ ਦੀਨ ਮੈਂ ਗਮਨਿਓ ਤਿਹਵਾ, ਫਿਰ ਮੈਂ ਨਿਮਾਣਾ ਜਿਹਾ ਹੋ ਕੇ ਨਾ ਚੁਬਾਰੇ ਸਾਹਿਬ ਦੇ ਉਸ ਸਥਾਨ ਤੇ ਗਿਆ ਜਿੱਥੇ ਸਤਿਗੁਰੂ ਅਮਰਦਾਸ ਸਾਹਿਬ ਜੀ ਕਿੱਲੀ ਫੜ ਕੇ ਭਜਨ ਕਰਿਆ ਕਰਦੇ ਸੀ। ਅਜੇ ਵੀ ਚੁਬਾਰੇ ਸਾਹਿਬ ਦੇ ਵਿੱਚ ਤੁਸੀਂ ਦਰਸ਼ਨ ਕੀਤੇ ਹੋਣਗੇ ਪ੍ਰੇਮੀ ਸਿੱਖਾਂ ਨੇ। ਉੱਥੇ ਕਿੱਲੀ ਹੈ ਮਹਾਰਾਜ ਸਾਹਿਬ ਜੀ, ਉਸ ਕਿੱਲੀ ਨੂੰ ਇੱਦਾਂ ਫੜ ਕੇ ਬਿਰਧ ਅਵਸਥਾ ਸੀ ਨਾ ਸਤਿਗੁਰਾਂ ਦੀ, ਸਾਰੀ ਸਾਰੀ ਰਾਤ ਖੜੇ ਭਜਨ ਕਰਿਆ ਕਰਦੇ ਸਨ। ਉੱਥੇ ਖੜੇ ਹੀ ਸੰਗਤਾਂ ਨੂੰ ਦਰਸ਼ਨ ਦਿੰਦੇ ਹੁੰਦੇ ਸੀ। ਇੱਕ ਖਿੜਕੀ ਸੀਗੀ, ਉਹ ਖਿੜਕੀ ਦੇ ਸਾਹਮਣੇ ਇੱਦਾਂ ਕਿੱਲੀ ਫੜ ਕੇ ਬਿਰਧ ਅਵਸਥਾ, 100 ਸਾਲ ਦੇ ਨੇੜੇ ਉਮਰ ਸੀ ਮਹਾਰਾਜ ਦੀ, ਉਹ ਇੱਦਾਂ ਖੜੇ ਹੁੰਦੇ ਸੀ ਅਤੇ ਸੰਗਤਾਂ ਚੁਬਾਰੇ ਸਾਹਿਬ ਲੈਣਾ ਲਾ ਕੇ ਆਉਂਦੀਆਂ, ਦਰਸ਼ਨ ਕਰਦੀਆਂ, ਮੱਥਾ ਟੇਕ ਕੇ ਚਲੇ ਜਾਂਦੇ। ਗੁਰੂ ਸਾਹਿਬ ਦੇ ਦਰਸ਼ਨਾਂ ਨਾਲ ਹੀ ਬੇਅੰਤ ਬੇਅੰਤ ਦੁੱਖ ਦੂਰ ਹੋ ਜਾਂਦੇ ਸੀ। ਐਸੇ ਗੁਰੂ ਅਮਰਦਾਸ ਮਹਾਰਾਜ ਦਾ ਉਹ ਸਥਾਨ, ਅੱਜ ਵੀ ਉੱਥੇ ਜਾਓ ਨਾ ਚੁਬਾਰਾ ਸਾਹਿਬ, ਤੇ ਗੁਰੂ ਅਮਰਦਾਸ ਸਿੱਧੀਆਂ ਗੱਲਾਂ ਕਰਦੇ ਆ, ਸਾਧ ਸੰਗਤ ਜੀ ਸੁਣਦੇ ਵੀ ਹੈ ਤੇ ਬੋਲਦੇ ਵੀ ਹੈ। ਪਰ ਸਿਰਫ ਸਾਡੀ ਇੱਥੇ ਭਾਵਨਾ ਹੋਣੀ ਚਾਹੀਦੀ ਹੈ। ਸਤਿਗੁਰੂ ਸਦਾ ਹੀ ਜਾਗਦੇ ਹਨ, ਸਦਾ ਹੀ ਹਾਜ਼ਰ ਨਾਜ਼ਰ ਹਨ। ਹਾਂਜੀ, ਪਿਤ ਬੈਠਕ ਚਬਬਾਰੋ ਜਿਹਵਾ, ਉਹ ਚੁਬਾਰਾ ਸਾਹਿਬ ਹੈ ਗੁਰੂ ਅਮਰਦਾਸ ਮਹਾਰਾਜ ਦਾ, ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਹਾਂਜੀ, ਭਾਖੀ ਹਾਥ ਜੋਰ ਅਬ ਤਬ ਅਰਜ਼ੀ, ਤਾਂ ਮੈਂ ਮਹਾਰਾਜ ਦੇ ਚਰਨਾਂ ਚੁਬਾਰੇ ਸਾਹਿਬ ਜਾ ਕੇ ਉਹਨਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਕੀਤੀ। ਬਾਬਾ ਮੋਹਨ ਜੀ ਦੱਸ ਰਹੇ, ਕਹਿੰਦੇ ਜਦੋਂ ਜੋਤੀ ਜੋਤ ਸਮਾ ਗਏ ਸੀ ਗੁਰੂ ਅਮਰਦਾਸ ਸਾਹਿਬ ਜੀ, ਜੋਤੀ ਜੋਤ ਸਮਾ ਗਏ ਸੀ ਤੇ ਗੁਰੂ ਰਾਮਦਾਸ ਦਾ ਪ੍ਰਤਾਪ ਹੋ ਗਿਆ, ਤੇ ਮੈਨੂੰ ਜੈਲਸ ਵੀ ਹੋਵੇ ਵੀ ਅਸੀਂ ਤੇ ਸਾਨੂੰ ਤਾਂ ਕੋਈ ਪੁੱਛਦਾ ਹੀ ਕੋਈ ਨਹੀਂ, ਤੇ ਮੈਂ ਫਿਰ ਉੱਥੇ ਗਿਆ ਚੁਬਾਰੇ 'ਚ ਅਰਦਾਸ ਕੀਤੀ। ਹਾਂਜੀ, ਬੋ ਪਿਤ ਮੈਂ ਨਾ ਚਲਿਓ ਤੁਮ ਮਰਜ਼ੀ, ਅਰਦਾਸ ਕੀਤੀ ਵੀ ਪਿਤਾ ਜੀ ਮੈਂ ਤੁਹਾਡੀ ਮਰਜ਼ੀ ਨਾਲ ਸਾਥ ਚੱਲਿਆ ਨਹੀਂ, ਮੈਂ ਤੁਹਾਡਾ ਹੁਕਮ ਨਹੀਂ ਮੰਨਿਆ। ਹਾਂਜੀ, ਤਪਤ ਰਹੋ ਮੈਂ ਦਿਨ ਅਰ ਰਾਤੀ, ਹੁਣ ਮੈਂ ਦਿਨ ਰਾਤ ਤਪਦਾ ਰਹਿਣਾ, ਮੇਰੀ ਛਾਤੀ ਦੇ ਅੰਦਰ ਜਲਨ ਹੁੰਦੀ ਰਹਿੰਦੀ ਹੈ, ਈਰਖਾ ਦੇ ਨਾਲ ਮੈਂ ਸੜਦਾ ਰਹਿਣਾ। ਹਾਂਜੀ, ਜਿਮ ਮਲੀਹ ਨਿਤ ਸੁਲਗਤ ਛਾਤੀ, ਮੇਰੀ ਛਾਤੀ ਇਉਂ ਸੁਲਗਦੀ ਹੈ ਜਿਵੇਂ ਗਿੱਲਾ ਗੋਇਆ। ਉਹਨੂੰ ਮਲੀ ਕਹਿੰਦੇ ਪੰਜਾਬੀ 'ਚ। ਬਾਣੀ 'ਚ ਪੰਕਤੀ ਆਉਂਦੀ, ਤੁਖਾਂ ਜਿਉਂ ਮਾਲੀ ਕਾਰਨ ਤਿਨਾ ਮਾਂ ਪਰੀ, ਫਰੀਦ ਜੀ ਦੇ ਸ਼ਲੋਕਾਂ 'ਚ। ਤੁਖਾਂ ਜਿਉਂ ਮਾਲੀ
ਮਣੀ ਉਹ ਜਿਹੜੀ ਮੜੀ ਅੱਗੋਂ ਇਹ ਮਾਈਆਂ ਪੱਥਦੀਆਂ ਨਾ, ਉਹਦੇ ਨਾਲ ਛੋਟੇ ਛੋਟੇ ਜਿਹੜੇ ਹੁੰਦੇ ਨੇ ਉਹ ਦਾਣੇ ਜੇ ਉਹਦੇ ਉਹ ਪਏ ਹੁੰਦੇ ਨੇ, ਉਹ ਜਿਹੜਾ ਉਹਨੂੰ ਕਈ ਵਾਰੀ ਗਰੀਬ ਲੋਕ ਉਹਨੂੰ ਚੱਕ ਕੇ ਬਾਲ ਲੈਂਦੇ ਵਿਚਾਰੇ, ਤੇ ਪਾਥੀਆਂ ਦੇ ਮਾਈਆਂ ਸਾਂਭ ਲੈਂਦੀਆਂ, ਉਹ ਮੜੀ ਜਿਹੀ ਰਹਿ ਜਾਂਦੀ ਪਿੱਛੇ। ਉਹ ਜਿਹੜੀ ਮੜੀ ਹੈ ਨਾ, ਉਹ ਗਿੱਲੀ ਹੋਵੇ ਤੇ ਉਹ ਧੁਖਦੀ ਰਹਿੰਦੀ ਹੈ, ਨਾ ਉਹ ਬਲਦੀ ਹੈ ਨਾ ਹੌਲੇ 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 ਧੁਖਦੀ ਹੈ। ਜਿਵੇਂ ਕਹਿੰਦੇ ਮੜੀ ਧੁਖਦੀ ਹੈ ਨਾ, ਮੇਰਾ ਇਉਂ ਹਿਰਦਾ ਧੁਖਦਾ ਰਹਿੰਦਾ। ਮੈਂ ਅਰਦਾਸ ਕੀਤੀ। ਹਾਂਜੀ। ਲਖੇ ਨਾ ਸਰਬ ਕਲਾ ਸਮਰੱਥ, ਇਹ ਮਹਾਰਾਜ ਮੈਂ ਤੁਹਾਨੂੰ ਸਰਬ ਕਲਾ ਸਮਰੱਥ ਸਤਿਗੁਰੂ ਨੂੰ ਪਛਾਣ ਨਹੀਂ ਸਕਿਆ। ਹਾਂਜੀ। ਕਰੋ ਨਿਹਾਲ ਧਰੋ ਸਿਰ ਹੱਥ, ਹੁਣ ਮੇਰੇ ਸਿਰ ਤੇ ਹੱਥ ਰੱਖੋ, ਮੈਨੂੰ ਬਖਸ਼ੋ, ਨਿਹਾਲ ਕਰੋ ਹੁਣ। ਹਾਂਜੀ। ਰਾਈ ਮੇਰ ਮੇਰ ਕੋ ਰਾਈ, ਤੁਸੀਂ ਮਹਾਰਾਜ ਪਹਾੜ ਨੂੰ ਰਾਈ ਬਣਾ ਸਕਦੇ ਹੋ, ਰਾਈ ਨੂੰ ਪਹਾੜ ਬਣਾ ਸਕਦੇ ਹੋ, ਤੁਹਾਡੀ ਸਮਰੱਥਾ ਹੈ। ਹਾਂਜੀ। ਤਤ ਛਿਨ ਤੁਮ ਕਰ ਦੇਹੋ ਕਸਾਈ, ਸੱਚੇ ਪਾਤਸ਼ਾਹ ਤੁਹਾਡੇ ਹੱਥ ਦੀ ਖੇਡ ਹੈ। ਇੱਕ ਮਿੱਟੀ ਦੇ ਕਣਕੇ ਨੂੰ ਪਹਾੜ ਬਣਾ ਦਿਓ, ਇੱਕ ਪਹਾੜ ਨੂੰ ਇੱਕ ਧੂੜ ਦਾ ਕਿਣਕਾ ਬਣਾ ਦਿਓ, ਪੱਥਰ ਨੂੰ ਸੋਨਾ ਹੀਰਾ ਮੋਤੀ ਬਣਾ ਦਿਓ, ਲੋਹੇ ਨੂੰ ਸੋਨਾ ਬਣਾ ਦਿਓ, ਤੁਹਾਡੇ ਵੱਸ ਹੈ। ਹਾਂਜੀ। ਭੁਜੰਗ ਛੰਦ ਗੁਰੂ ਰੂਪ ਸਾਰੇ ਜਗੰ ਵਿੱਚ ਵਿਆਪੇ, ਇਹ ਮਹਾਰਾਜ ਤੁਸੀਂ ਸਾਰੇ ਜਗਤ ਵਿੱਚ ਵਿਆਪਕ ਹੋ। ਐਸੀ ਧਰਤੀ ਤੇ ਸੰਸਾਰ ਤੇ ਕੋਈ ਥਾਂ ਨਹੀਂ ਜਿੱਥੇ ਤੁਹਾਡੀ ਜੋਤ ਦਾ ਪ੍ਰਕਾਸ਼ ਨਾ ਹੋਵੇ। ਕਣ ਕਣ 'ਚ ਤੁਸੀਂ ਵਿਆਪੇ ਹੋਏ ਹੋ। ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਮਹਾਰਾਜ। ਹਾਂਜੀ। ਨਿਜੰਗ ਸਿੱਖ ਦਾਸਾ ਨ ਕੇਤਾ ਪਖਾਪੇ, ਇਹ ਮਹਾਰਾਜ ਆਪਣੇ ਦਾਸਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਹੋ ਆਪ ਜੀ। ਪ੍ਰਭੂ ਈਸ਼ ਗਿਆਨੰ ਗੁਣੰ ਕੇਰ ਧਾਮੰ, ਇਹ ਮਹਾਰਾਜ ਈਸ਼ਵਰ ਸਰੂਪ ਗੁਣਾਂ ਦੇ ਖਜ਼ਾਨੇ ਸਤਿਗੁਰੂ ਜੀ। ਨਿਰੀਹੰ ਨਿਰਬਾਣੰ ਸਦਾਹੀਨ ਕਾਮੰ, ਤੁਹਾਨੂੰ ਕੋਈ ਵਾਸ਼ਨਾ ਨਹੀਂ, ਇੱਛਾ ਨਹੀਂ, ਕਿਸੇ ਵੀ ਤਰ੍ਹਾਂ ਦੀ ਵਾਸ਼ਨਾ ਤੋਂ ਤੁਸੀਂ ਰਹਿਤ ਹੋ, ਇੱਛਾ ਤੋਂ ਰਹਿਤ ਹੋ। ਨਿਰਵਾਣ ਸਰੂਪ ਹੈ ਤੁਹਾਡਾ। ਕੋਈ ਤੁਹਾਨੂੰ ਦੁਨਿਆਵੀ ਆਦਤ ਸੁਭਾਅ ਤੁਹਾਡੇ ਜਿਵੇਂ ਲੋਕਾਂ ਦੇ ਹੁੰਦੇ ਇਦਾਂ ਦੇ ਨਹੀਂ ਹਨ। ਸਾਰਿਆਂ ਤੋਂ ਉੱਪਰ ਨਿਰਵਾਣ ਪਦਵੀ ਹੈ। ਔਰ ਸੱਚੇ ਪਾਤਸ਼ਾਹ ਸਦਾਹੀਨ ਕਾਮੰ, ਕਾਮ ਤੋਂ ਹੀਨ ਹੋ, ਕੋਈ ਕਾਮਨਾ ਤੁਹਾਡੇ ਮਨ ਵਿੱਚ ਹੈ ਨਹੀਂ। ਹਾਂਜੀ। ਦਇਓ ਨਾਮ ਦਾਨੰ ਮਹਾਮੂੜ ਤਾਰੇ, ਇਹ ਪਿਤਾ ਜੀ ਤੁਸੀਂ ਨਾਮ ਦੀਆਂ ਦਾਤਾਂ ਦੇ ਕੇ ਬੜੇ ਪਾਪੀ ਮੂਰਖ ਬੰਦੇ ਵੀ ਤਾਰ ਦਿੱਤੇ ਹਨ। ਇਸੀ ਲੋਕ ਪੂਜਾ ਪ੍ਰਲੋਕੰ ਉਬਾਰੇ, ਇਹ ਮਹਾਰਾਜ ਇਸ ਲੋਕ ਵਿੱਚ ਵੀ ਤੁਹਾਡੀ ਪੂਜਾ ਹੋ ਰਹੀ ਹੈ ਤੇ ਪਰਲੋਕ ਵਿੱਚ ਵੀ ਤੁਸੀਂ ਮਹਾਰਾਜ ਆਪਣੇ ਸੇਵਕਾਂ ਦੀ ਰੱਖਿਆ ਕਰਨ ਵਾਲੇ ਹੋ। ਹਾਂਜੀ। ਸਦਾ ਦਵੰਦ ਹੀਨਾ ਗ੍ਰਹੀ ਹੋਇ ਉਦਾਸੀ, ਮਹਾਰਾਜ ਤੁਸੀਂ ਭਾਵੇਂ ਤੁਹਾਡਾ ਸਿੱਖ ਕੋਈ ਗ੍ਰਸਤੀ ਹੋਵੇ, ਭਾਵੇਂ ਉਦਾਸੀ ਹੋਵੇ, ਉਹਦੇ ਅੰਦਰ ਦਵੰਦ ਨਹੀਂ ਪੈਦਾ ਹੋਣ ਦਿੰਦੇ, ਕਿਉਂਕਿ ਤੁਸੀਂ ਆਪ ਦਵੰਦਾਂ ਤੋਂ ਰਹਿਤ ਹੋ। ਕੋਈ ਮਨ ਦੇ ਵਿੱਚ ਦਵੰਦ ਨਹੀਂ ਹੈ ਸਿੱਖਾਂ ਦੇ, ਭਾਵੇਂ ਕੋਈ ਗ੍ਰਸਤੀ ਹੈ, ਭਾਵੇਂ ਕੋਈ ਉਦਾਸੀ ਹੈ, ਤੁਸੀਂ ਆਪ ਹੀ ਗ੍ਰਸਤੀ ਹੋ, ਆਪ ਹੀ ਉਦਾਸੀ ਹੋ। ਹਾਂਜੀ। ਕਰੋ ਜੋਗ ਭੋਗੰ ਲੇਪੰਗ ਨਾਸ਼ੀ, ਮਹਾਰਾਜ ਤੁਸੀਂ ਜੋਗੀਆਂ ਚੋਂ ਜੋਗੀ ਹੋ, ਭੋਗੀਆਂ ਚੋਂ ਭੋਗੀ ਹੋ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ, ਸੁਰਗ ਮੱਛ ਪਿਆਰ ਜੀਓ। ਹਾਂਜੀ। ਜਨਮ ਦੀਨ ਬੰਧੂ ਸਦਾ ਸਿੱਖ ਪਿਆਰੇ, ਇਹ ਮਹਾਰਾਜ ਤੁਸੀਂ ਆਪਣੇ ਸੇਵਕਾਂ ਸਿੱਖਾਂ ਦੇ ਪਿਆਰੇ ਹੋ, ਦੀਨਾ ਬੰਧੂ ਹੋ। ਹਾਂਜੀ। ਮੁਕੰਦੰ ਨਮੋ ਪਾਦ ਕੰਜੰ ਤੁਮਾਰੇ, ਆਪ ਜੀ ਦੇ ਚਰਨ ਕਮਲਾਂ ਤੇ ਮੇਰੀ ਨਮਸਕਾਰ ਹੈ ਪਿਤਾ ਜੀ, ਮੈਨੂੰ ਬਖਸ਼ ਲਓ, ਬਖਸ਼ ਲਓ, ਬਖਸ਼ ਲਓ। ਹਾਂਜੀ। ਦਇਆ ਸਿੰਧ ਦਾਸਾ ਨ ਹੋਵੈ ਸੁਹਾਈ, ਇਹ ਮਹਾਰਾਜ ਗੁਰੂ ਅਮਰਦਾਸ ਪਿਤਾ ਜੀ ਆਪਣੇ ਦਾਸਾਂ ਦੇ ਤੁਸੀਂ ਸਹਾਈ ਹੋ, ਦਇਆ ਦੇ ਤੁਸੀਂ ਸਮੁੰਦਰ ਹੋ। ਹਿਰਦੈ ਕੀ ਲਖੈ ਕਾਮਨਾ ਦੇ ਪੁਜਾਈ, ਜਿਹੜੇ ਸਿੱਖਾਂ ਦੇ ਮਨ ਦੀ ਕਾਮਨਾ ਤੁਸੀਂ ਪੂਰੀ ਕਰਦੇ ਹੋ। ਆਨੰਦੰ ਕੇ ਕੰਦੰ ਨਿਕੰਦੰ ਵਿਕਾਰਾ, ਆਪ ਜੀ ਆਨੰਦ ਦੇ ਮੂਲ ਹੋ, ਵਿਕਾਰਾਂ ਨੂੰ ਕੱਟਣ ਵਾਲੇ ਹੋ। ਮਹਾਮੋਹ ਕੁੰਭੀ ਬਲੀ ਸ਼ੇਰ ਭਾਰਾ, ਜਿਹੜਾ ਮਹਾਮੋਹ ਰੂਪੀ ਬੱਬਰ ਸ਼ੇਰ ਹੈ, ਉਹਨੂੰ ਤੁਸੀਂ ਮਾਰਨ ਵਾਲੇ ਹੋ, ਮੋਹ ਨੂੰ ਤੁਸੀਂ ਖਤਮ ਕਰਨ ਵਾਲੇ ਹੋ। ਅਹੰਕਾਰ ਨਾਗੰ ਬੇਹੰਗੇ ਸੋ ਤਾਹੀ, ਅਹੰਕਾਰ ਰੂਪੀ ਨਾਗ ਨੂੰ, ਹਾਥੀ ਨੂੰ ਮਾਰਨ ਵਾਲੇ ਹੋ। ਤੇ ਹੋਰ ਸੱਚੇ ਪਾਤਸ਼ਾਹ ਬੇਅੰਤ ਹੀ ਜੀਵਾਂ ਨੂੰ, ਅਹੰਕਾਰ ਰੂਪੀ ਸੱਪ ਨੂੰ ਤੁਸੀਂ ਬਾਜ ਦੀ ਤਰ੍ਹਾਂ ਖਾਣ ਵਾਲੇ। ਜਿਵੇਂ ਬਾਜ ਜਾਂ ਮੋਰ, ਇੱਲ, ਇਹ ਸੱਪਾਂ ਨੂੰ ਖਾ ਜਾਂਦੇ। ਜਿੱਥੇ ਸੱਪ ਨਜ਼ਰ ਆਵੇ, ਸੱਪ ਦਾ ਮਾਂਸ ਕੂੜਾ ਹੁੰਦਾ, ਬਾਜ ਹੋਵੇ, ਇੱਲ ਹੋਵੇ, ਮੋਰ ਹੋਵੇ, ਫਟ ਖਾ ਜਾਂਦੇ। ਮਹਾਰਾਜ ਤੁਸੀਂ ਐਸੇ ਬਾਜ ਹੋ ਜਿਹੜੇ ਮੋਹ ਨੂੰ ਖਾ ਜਾਂਦੇ ਹੋ, ਕਾਮ ਨੂੰ ਖਾ ਜਾਂਦੇ ਹੋ, ਹੰਕਾਰ ਨੂੰ ਖਾ ਜਾਂਦੇ ਹੋ।
ਇਹਨਾਂ ਵਿਕਾਰਾਂ ਨੂੰ ਕੋਈ ਖਾ ਨਹੀਂ ਸਕਿਆ। ਇਹ ਨਹੀਂ ਮਰਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੁਹਾਡੇ ਅੱਗੇ ਠਹਿਰ ਨਹੀਂ ਸਕਦੇ। ਹਾਂਜੀ, ਮਹਾਲੋਭ ਵੰਨੀ ਭੈ ਨਿਰਵਾਹੀ। ਔਰ ਮਹਾ ਲੋਭ ਦੀ ਅੱਗ ਨੂੰ ਬੁਝਾਉਣ ਵਾਲੇ ਤੁਸੀਂ ਅੰਮ੍ਰਿਤ ਰੂਪ ਬੱਦਲ ਦੀ ਤਰ੍ਹਾਂ ਹੋ। ਜਿਵੇਂ ਪਾਣੀ ਅੱਗ ਨੂੰ ਬੁਝਾ ਦਿੰਦਾ ਨਾ, ਤੁਸੀਂ ਮਹਾਰਾਜ ਅੰਮ੍ਰਿਤ ਦੇ ਛੱਟੇ ਮਾਰ ਕੇ ਬੰਦੇ 'ਚ ਲੋਭ ਦੀ ਅੱਗ ਬੁਝਾ ਦਿੰਦੇ ਹੋ। ਹਾਂਜੀ, ਗੁਰੂ ਸੇਵ ਠਾਨੈ ਪ੍ਰਸੰਨ ਕਰੇ ਹੈ। ਮਹਾਰਾਜ ਜਿਨ੍ਹਾਂ ਨੇ ਤੁਹਾਡੀ ਸੇਵਾ ਕੀਤੀ ਉਹਦੇ ਤੁਸੀਂ ਖੁਸ਼ ਹੁੰਦੇ ਹੋ, ਪ੍ਰਸੰਨ ਹੁੰਦੇ ਹੋ। ਹਾਂਜੀ, ਨਿਜੰ ਜੋਤ ਥਾ ਪਾਵਤਾ ਰੰਗ ਕਰੇ ਹੈ। ਤੁਸੀਂ ਗੁਰੂ ਰਾਮਦਾਸ ਨੂੰ ਆਪਣਾ ਰੂਪ ਬਣਾ ਦਿੱਤਾ, ਉਹਨਾਂ ਵਿੱਚ ਆਪਣੀ ਜੋਤ ਟਿਕਾ ਦਿੱਤੀ। ਹਾਂਜੀ, ਭਏ ਮੋਰ ਬੇਦਿਨ ਦੰਬੰ ਬਿਨਾਸ਼ੀ। ਪਹਿਲਾਂ ਗੁਰੂ ਨਾਨਕ ਦੇਵ ਜੀ, ਫਿਰ ਗੁਰੂ ਅੰਗਦ ਦੇਵ ਜੀ, ਫਿਰ ਗੁਰੂ ਅਮਰਦਾਸ ਰੂਪ 'ਚ, ਹੁਣ ਤੁਸੀਂ ਗੁਰੂ ਰਾਮਦਾਸ ਦੇ ਰੂਪ 'ਚ ਹੋ। ਪਰ ਪਿਤਾ ਜੀ ਮੈਂ ਗੁਰੂ ਰਾਮਦਾਸ ਜੀ ਨੂੰ ਮੱਥਾ ਨਹੀਂ ਟੇਕਿਆ। ਇਹ ਮੇਰੇ ਮਨ ਵਿੱਚ ਬੜੀ ਚਿੰਤਾ ਹੈ ਵੀ ਮੈਂ ਤੁਹਾਡਾ ਹੁਕਮ ਨਹੀਂ ਮੰਨਿਆ, ਹੁਣ ਮੈਨੂੰ ਕੀ ਹੁਕਮ ਹੈ। ਚੁਬਾਰੇ ਸਾਹਿਬ ਵਿੱਚੋਂ ਆਵਾਜ਼ ਆਈ ਕਿ ਪੁੱਤਰ ਮੋਹਣ, ਜੋ ਪਿੱਛੇ ਬੀਤ ਚੁੱਕੀ ਹੈ ਉਹ ਵਾਪਸ ਨਹੀਂ ਆਉਂਦੀ, ਪਰ ਜਿਹੜਾ ਪਛਤਾਵਾ ਕਰ ਲਵੇ ਉਹ ਬਖਸ਼ਿਆ ਜਾਂਦਾ। ਤੁਸੀਂ ਗੁਰਬਾਣੀ ਦੀਆਂ ਪੋਥੀਆਂ ਸਾਂਭ ਕੇ ਰੱਖੋ, ਸਮਾਂ ਆਵੇਗਾ ਗੁਰੂ ਰਾਮਦਾਸ ਦੇ ਪੁੱਤਰ ਗੁਰੂ ਅਰਜਨ ਦੇਵ ਜੀ ਪੋਥੀਆਂ ਲੈਣ ਆਉਣਗੇ, ਤੁਸੀਂ ਪੋਥੀਆਂ ਦਿਓਗੇ, ਉਦੋਂ ਤੁਸੀਂ ਬਖਸ਼ੇ ਜਾਓਗੇ। ਬਾਬਾ ਮੋਹਣ ਜੀ ਉਹ ਗੱਲ ਗੁਰੂ ਅਰਜਨ ਸਾਹਿਬ ਨੂੰ ਦੱਸ ਰਹੇ ਨੇ। ਗੁਰੂ ਅਰਜਨ ਸਾਹਿਬ ਜੀ ਦੱਸ ਕੇ ਸੁਣ ਕੇ ਕੀ ਬਚਨ ਕਰਨਗੇ, ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ ਜੀ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ